के दी मतलब के दी फैट घट होंदी मझ दी के दी वध होंदी वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी जुड़ चुके हो इस शाम की संथिया की क्लास विच, जिस विच आपां धन सतगुरु गुरु गोबिंद सिंह महाराज सच्चे पातशाह जी की पावन बाणी श्री जाप साहिब की संथिया अते विचार कर रहे हैं। कल दी आपां यह विचार जो है वो आरंभ की है। सतगुरां दी दया सदका आपां पहला छंद जिहड़ा सी छपै छंद ओहदी संथिया ते विचार कर चुके हैं। अज आपां साध संगत जी जिहड़ा अगला छंद है भुजंग प्रजात छंद,
ਉਹਦੇ ਬਾਰੇ ਵਿਚਾਰ ਚਰਚਾ ਅਤੇ ਉਸ ਛੰਦ ਦੇ ਜਿਹੜੀ ਸੰਥਿਆ ਤੇ ਵਿਆਖਿਆ ਹੈ ਉਹ ਆਪਾਂ ਕਰਨੀ ਹੈ। ਸੋ ਦਾਸ ਆਪ ਜੀ ਦੀ ਸਕਰੀਨ ਉੱਤੇ ਉਹ ਜਿਹੜਾ ਛੰਦ ਹੈ ਉਹ ਲਿਆਇਆ ਹੋਵੇ। ਹਾਂਜੀ, ਸੋ ਆਪ ਜੀ ਦੀ ਸਕਰੀਨ ਉੱਤੇ ਛੰਦ ਆ ਗਿਆ ਹੈ। ਭੁਜੰਗ ਪ੍ਰਜਾਤ ਛੰਦ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਕੱਲ ਆਪਾਂ ਇਸ ਛੰਦ ਦੀ ਜਿਹੜੀ ਹੈ ਉਹ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਸੀ ਤੇ ਸੰਥਿਆ ਜਿਹੜੀ ਆ ਆਪਾਂ ਕੱਲ ਕਰ ਚੁੱਕੇ ਹਾਂ ਤੇ ਅੱਜ ਆਪਾਂ ਇਹਦੀ ਛੰਦ ਦੀ ਜਿਹੜੀ ਹੈ ਉਹ ਵਿਚਾਰ ਕਰਨੀ ਹੈ। ਸੋ ਸਮਾਂ ਜ਼ਿਆਦਾ ਨਾ ਲਈਏ ਕਿਉਂਕਿ ਫਿਰ ਉਸ ਤੋਂ ਬਾਅਦ ਗਿਆਨੀ ਪਰਮਜੀਤ ਸਿੰਘ ਹੋਣਾ ਨੇ ਤੁਹਾਡੇ ਨਾਲ ਅੱਜ ਜੋ ਪਾਵਨ ਦਿਹਾੜਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ ਹੈ, ਉਹਦੇ ਬਾਰੇ ਵਿਚਾਰ ਚਰਚਾ ਆਪ ਜੀ ਦੇ ਨਾਲ ਉਹਨਾਂ ਨੇ ਕਰਨੀ ਹੈ। ਸੋ ਦਾਸ ਆਪ ਜੀ ਨੂੰ ਇਸ ਭੁਜੰਗ ਪ੍ਰਚਾਰ ਦੀ ਜਿਹੜੀ ਹੈ ਵਿਚਾਰ ਉਹ ਸਰਵਣ ਕਰਾਉਣ ਜਾ ਰਹੇ। ਆਪ ਜੀ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਇਹ ਪ੍ਰਭੂ ਜੀ, ਨਮਸਤਵੰ ਦਾ ਅਰਥ ਹੈ ਨਮਸਕਾਰ। ਨਮਸਤਵੰ ਤੈਨੂੰ ਨਮਸਕਾਰ ਹੈ। ਨਮਸਤਵੰ ਇਹ ਪ੍ਰਮਾਤਮਾ ਜੀ, ਇਹ ਅਕਾਲ ਪੁਰਖ ਜੀ ਤੈਨੂੰ ਨਮਸਕਾਰ ਹੈ। ਕਿਉਂ ਨਮਸਕਾਰ ਹੈ? ਕਿਉਂਕਿ ਤੂੰ ਅਕਾਲੇ ਹੈ। ਅਕਾਲੇ ਦਾ ਭਾਵ ਹੁੰਦਾ ਹੈ ਕਾਲ ਤੋਂ ਰਹਿਤ। ਆਪਾਂ ਸਾਰੇ ਜਿੰਨੇ ਵੀ ਜੀਵ ਹਾਂ ਆਪਣੇ ਉੱਤੇ ਕਾਲ ਆਉਣਾ ਹੈ, ਆਪਾਂ ਖਤਮ ਹੋ ਜਾਣਾ ਹੈ, ਪਰ ਪਰਮੇਸ਼ਰ ਜਿਹੜਾ ਹੈ ਉਹਦੇ ਉੱਤੇ ਕਾਲ ਨਹੀਂ ਆਉਣਾ, ਉਹਨੂੰ ਮੌਤ ਨਹੀਂ ਆਉਣੀ। ਇਸ ਕਰਕੇ ਉਹ ਕਾਲ ਰਹਿਤ ਹੈ, ਮੌਤ ਰਹਿਤ ਹੈ। ਇਸ ਕਰਕੇ ਉਸ ਪਰਮੇਸ਼ਵਰ ਨੂੰ, ਉਸ ਪ੍ਰਮਾਤਮਾ ਨੂੰ ਨਮਸਕਾਰ ਹੈ। ਨਮਸਤਵੰ ਕਿਰਪਾਲੇ। ਇਹ ਪਰਮੇਸ਼ਵਰ ਜੀ, ਆਪ ਜੀ ਕਿਰਪਾਲੇ ਦਾ ਅਰਥ ਹੁੰਦਾ ਹੈ ਕਿਰਪਾ ਆਲੇ, ਭਾਵ ਕਿਰਪਾ ਦੇ ਘਰ ਹੋ। ਆਲੇ ਦਾ ਅਰਥ ਹੁੰਦਾ ਹੈ ਘਰ। ਆਪ ਜੀ ਕਿਰਪਾ ਦੇ ਘਰ ਹੋ ਪਰਮੇਸ਼ਵਰ ਜੀ, ਇਸ ਕਰਕੇ ਆਪ ਜੀ ਨੂੰ ਸਾਡੀ ਨਮਸਕਾਰ ਹੈ। ਨਮਸਤੰ ਅਰੂਪੇ ਨਮਸਤੰ ਅਨੂਪੇ। ਇਹ ਵਾਹਿਗੁਰੂ ਜੀ, ਆਪ ਜੀ ਅਰੂਪ ਹੋ। ਆਪ ਜੀ ਦਾ ਕੋਈ ਵੀ ਰੂਪ ਨਹੀਂ ਹੈ। ਸਾਡੇ ਵਾਂਗੂ ਆਪ ਜੀ ਦੇ 5 ਗਿਆਨ ਇੰਦਰੇ, ਆਪ ਜੀ ਦੇ ਹੱਥ ਪੈਰ ਨਹੀਂ ਹਨ, ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਖਾਸ ਰੂਪ ਨਹੀਂ ਹੈ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਨੂਪੇ। ਤੇ ਆਪ ਜੀ ਦੀ ਉਪਮਾ ਜਿਹੜੀ ਹੈ ਉਹ ਕਹੀ ਨਹੀਂ ਜਾ ਸਕਦੀ। ਆਪ ਉਪਮਾ ਤੋਂ ਰਹਿਤ ਹੋ, ਐਸੇ ਹੋ ਅਕਾਲ ਪੁਰਖ ਜੀ। ਆਪ ਜੀ ਨੂੰ ਕੋਈ ਉਪਮਾ ਕਰੀ ਜਾਵੇ ਤਾਂ ਆਪ ਜੀ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਕੋਈ ਤੁਹਾਨੂੰ ਨਿੰਦਾ ਕਰੀ ਜਾਵੇ ਤੁਹਾਡੀ ਤਾਂ ਤੁਹਾਨੂੰ ਫਰਕ ਨਹੀਂ ਪੈਂਦਾ। ਇਸ ਕਰਕੇ ਤੁਸੀਂ ਅਨੂਪ ਹੋ। ਅਨੂਪ ਦਾ ਅਰਥ ਹੈ ਉਪਮਾ ਤੋਂ ਰਹਿਤ। ਆਪ ਜੀ ਅਨੂਪ ਦਾ ਅਰਥ ਹੁੰਦਾ ਹੈ ਉਪਮਾ, ਅਨੂਪ ਦਾ ਅਰਥ ਉਪਮਾ ਤੋਂ ਰਹਿਤ ਹੋ ਪਰਮੇਸ਼ਰ ਜੀ। ਇਸ ਕਰਕੇ ਸਾਡੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਰੂਪੇ ਨਮਸਤੰ ਅਨੂਪੇ। ਨਮਸਤਵੰਗ ਦਾ ਅਰਥ ਵੀ ਨਮਸਕਾਰ ਹੈ ਤੈਨੂੰ, ਤੇ ਨਮਸਤੰ ਦਾ ਅਰਥ ਵੀ ਨਮਸਕਾਰ ਹੈ ਤੈਨੂੰ। ਇਹੀ ਅਰਥ ਹੈ ਜੀ ਦੋਵਾਂ ਦੇ। ਨਮਸਤੰ ਅਪੇਖੇ ਨਮਸਤੰ ਅਲੇਖੇ। ਇਹ ਪਰਮੇਸ਼ਰ ਜੀ, ਹੈ ਵਾਹਿਗੁਰੂ ਜੀ, ਆਪ ਜੀ ਦਾ ਕੋਈ ਭੇਖ ਨਹੀਂ ਹੈ। ਭੇਖ ਭਾਵ ਆਪ ਜੀ ਕੋਈ ਖਾਸ ਤਰ੍ਹਾਂ ਦਾ ਪਹਿਰਾਵਾ ਨਹੀਂ ਪਹਿਨਦੇ, ਕਿਸੇ ਖਾਸ ਤਰ੍ਹਾਂ ਦਾ ਆਪ ਜੀ ਦਾ ਕੋਈ ਪਹਿਰਾਵਾ ਨਹੀਂ ਹੈ, ਖਾਸ ਤਰ੍ਹਾਂ ਦੀ ਵੇਸ਼ ਭੂਸ਼ਾ ਨਹੀਂ ਬਣਾਉਂਦੇ ਤੁਸੀਂ। ਇਸ ਕਰਕੇ ਆਪ ਜੀ ਨੂੰ ਸਾਡੀ ਨਮਸਕਾਰ ਹੈ। ਨਮਸਤੰ ਅਲੇਖੇ। ਇਹ ਵਾਹਿਗੁਰੂ ਜੀ, ਆਪ ਜੀ ਦਾ ਕੋਈ ਲੇਖ ਨਹੀਂ ਹੈ। ਆਪ ਜੀ ਅਲੇਖੇ ਹੋ। ਇਹ ਵਾਹਿਗੁਰੂ ਜੀ, ਤੁਸੀਂ ਅਲੇਖ ਹੋ, ਭਾਵ ਆਪ ਜੀ ਦਾ ਕੋਈ ਚਿੱਤਰ ਜਿਹੜਾ ਹੈ ਉਹ ਨਹੀਂ ਬਣਾ ਸਕਦਾ। ਅਲੇਖ, ਆਪ ਜੀ ਨੂੰ ਲਿਖਿਆ ਨਹੀਂ ਜਾ ਸਕਦਾ। ਇਸ ਕਰਕੇ ਆਪ ਜੀ ਅਲੇਖ ਹੋ। ਕਿਸੇ ਤਰ੍ਹਾਂ ਦੀਆਂ ਕਾਗਜ਼ ਦੇ ਉੱਤੇ ਲੀਕਾਂ ਵਾ ਕੇ ਤੁਹਾਡੀ ਮੂਰਤੀ, ਤੁਹਾਡਾ ਚਿੱਤਰ ਨਹੀਂ ਬਣਾਇਆ ਜਾ ਸਕਦਾ। ਇਸ ਕਰਕੇ ਆਪ ਜੀ ਅਲੇਖ ਹੋ। ਨਮਸਕਾਰ ਹੈ ਆਪ ਜੀ ਨੂੰ। ਨਮਸਤੰ ਅਕਾਏ ਨਮਸਤੰ ਅਜਾਏ। ਹੇ ਵਾਹਿਗੁਰੂ ਜੀ, ਅਕਾਏ ਆਪ ਜੀ ਪਰਮਾਤਮਾ ਜੀ ਕਾਇਆ ਰਹਿਤ ਹੋ। ਕਾਇਆ ਦਾ ਅਰਥ ਹੁੰਦਾ ਸਰੀਰ। ਆਪ ਜੀ ਦਾ ਕੋਈ ਖਾਸ ਸਰੀਰ ਨਹੀਂ ਹੈ। ਆਪ ਜੀ ਕਾਇਆ ਤੋਂ ਰਹਿਤ ਹੋ। ਆਪ ਜੀ ਦਾ ਕੋਈ ਵੀ ਸਰੀਰ ਨਹੀਂ ਹੈ। ਨਮਸਤੰ ਅਕਾਏ ਨਮਸਤੰ ਅਜਾਏ। ਨਮਸਕਾਰ ਹੈ ਆਪ ਜੀ ਨੂੰ। ਅਜਾਏ ਦਾ ਅਰਥ ਹੁੰਦਾ ਹੈ ਜਾਇਆ ਹੋਇਆ, ਭਾਵ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਤੂੰ ਕਿਹਦਾ ਜਾਇਆ, ਭਾਵ ਇਸਤਰੀ, ਕਿਸ ਇਸਤਰੀ ਦੇ ਤੁਸੀਂ ਜਾਏ ਹੋ,
ਪਰਮੇਸ਼ਰ ਜੀ ਅਜਾਏ ਹੋ ਤੁਸੀਂ, ਤੁਹਾਨੂੰ ਕਿਸੇ ਇਸਤਰੀ ਨੇ ਨਹੀਂ ਤੋਂ ਤੁਸੀਂ ਪੈਦਾ ਹੋਏ, ਕਿਸੇ ਔਰਤ ਦੇ ਪੇਟ ਚੋਂ ਨਹੀਂ ਪੈਦਾ ਹੋਏ, ਇਸ ਕਰਕੇ ਆਪ ਜੀ ਅਜਾਏ ਹੋ। ਪ੍ਰਮਾਤਮਾ ਜੀ ਅਸੀਂ ਸਾਰੇ ਆਪਾਂ ਕਹਿ ਦਿੰਦੇ ਤੂੰ ਕਿਹਦਾ ਜਾਇਆ ਹੈ, ਕਿਹਦਾ ਪੁੱਤਰ ਹੈ, ਹਨਾ। ਇਸ ਤਰ੍ਹਾਂ ਪਰਮੇਸ਼ਰ ਜਿਹੜਾ ਉਹ ਕਿਸੇ ਦਾ ਪੁੱਤਰ ਨਹੀਂ ਹੈ, ਕਿਸੇ ਔਰਤ ਦੇ, ਕਿਸੇ ਇਸਤਰੀ ਦੇ ਪੇਟ ਤੋਂ ਨਹੀਂ ਜਨਮਿਆ। ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਜੀ ਆਪ ਜੀ ਨੂੰ ਸਾਡੀ ਨਮਸਕਾਰ ਹੈ। ਆਪ ਜੀ ਅਜਾਏ ਹੋ। ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਗੰਜੇ। ਅਗੰਜੇ ਦਾ ਅਰਥ ਹੁੰਦਾ ਹੈ, ਗੰਜ ਦਾ ਅਰਥ ਹੁੰਦਾ ਹੈ ਜਿੱਤਣਾ, ਕਿਸੇ ਜਗ੍ਹਾ ਨੂੰ ਜਾਂ ਕਿਸੇ ਚੀਜ਼ ਨੂੰ ਜਿੱਤ ਲੈਣਾ। ਅਗੰਜੇ ਦਾ ਅਰਥ ਹੈ, ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਆਪ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ। ਆਪ ਜੀ ਤੋਂ ਕੋਈ ਉੱਤੇ ਹੋਵੇ ਤੇ ਆਪ ਜੀ ਨੂੰ ਜਿੱਤੇ, ਇਸ ਕਰਕੇ ਆਪ ਜੀ ਅਗੰਜ ਹੋ। ਨਮਸਤੰ, ਆਪ ਜੀ ਨੂੰ ਨਮਸਕਾਰ ਹੈ ਕਿ ਆਪ ਜੀ ਕਿਸੇ ਕੋਲੋਂ ਜਿੱਤੇ ਨਹੀਂ ਜਾਂਦੇ, ਆਪ ਅਗੰਜ ਹੋ। ਨਮਸਤੰ ਅਪੰਜੇ। ਅਪੰਜ ਦਾ ਅਰਥ ਹੁੰਦਾ ਹੈ, ਭੰਜ ਦਾ ਅਰਥ ਹੁੰਦਾ ਹੈ ਤੋੜਨਾ, ਨਾਸ਼ ਕਰਨਾ, ਖਤਮ ਕਰਨਾ, ਤੇ ਇੱਥੇ ਸ਼ਬਦ ਅਪੰਜ ਹੈ, ਐੜਾ ਗੀਤਰ ਲਾ ਕੇ। ਸੋ ਜਿਵੇਂ ਆਪਾਂ ਸਫਲਤਾ ਸ਼ਬਦ ਵਰਤਦੇ ਹਾਂ ਤੇ ਇੱਕ ਅਸਫਲਤਾ ਵਰਤਦੇ ਹਾਂ, ਤੇ ਉਹਨਾਂ ਦੇ ਦੋਵਾਂ ਦਾ ਅਰਥਾਂ 'ਚ ਫਰਕ ਪੈ ਜਾਂਦਾ। ਜੋ ਸਫਲਤਾ ਦਾ ਅਰਥ ਹੁੰਦਾ ਹੈ ਕਾਮਯਾਬੀ, ਜਿੱਤ, ਤੇ ਅਸਫਲਤਾ ਦਾ ਅਰਥ ਹੁੰਦਾ ਹਾਰ। ਇਸੇ ਤਰ੍ਹਾਂ ਇੱਥੇ ਦੇਖੋ ਅਜਾਏ ਜਾਂ ਅਜਨਮੇ, ਇਹਦੇ ਅੱਗੇ ਸਾਰਿਆਂ ਦੇ ਅੱਗੇ ਅਗੇਤਰ ਲੱਗਾ ਹੋਇਆ। ਇਸ ਕਰਕੇ ਪਰਮੇਸ਼ਵਰ ਜਿਹੜਾ ਹੈ ਉਹ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਂਦਾ, ਤਾਂ ਕਰਕੇ ਐੜਾ ਲੱਗਾ ਹੈ। ਤੋ ਇਸ ਕਰਕੇ ਅਭੰਜ ਦਾ ਅਰਥ ਬਣਦਾ ਹੈ ਕਿ ਪਰਮੇਸ਼ਰ ਜੀ ਤੁਹਾਨੂੰ ਕੋਈ ਭੰਨ ਨਹੀਂ ਸਕਦਾ, ਤੋੜ ਨਹੀਂ ਸਕਦਾ। ਤੁਸੀਂ ਕੋਈ ਹੋਵੇ ਤੁਹਾਡੇ ਬਰਾਬਰ, ਉਹੀ ਤੁਹਾਨੂੰ ਤੋੜੇ, ਪਰ ਤੁਹਾਡੇ ਕੋਈ ਬਰਾਬਰ ਨਹੀਂ ਹੈਗਾ ਜਿਹੜੇ ਤੁਹਾਡੇ ਟੁਕੜੇ ਟੁਕੜੇ ਕਰ ਸਕਦਾ ਹੋਵੇ, ਤੁਹਾਨੂੰ ਨਾਸ਼ ਕਰ ਸਕਦਾ ਹੋਵੇ। ਨਮਸਤੰ ਅਪੰਜੇ, ਨਮਸਤੰ ਅਨਾਮੇ। ਨਮਸਕਾਰ ਹੈ ਆਪ ਜੀ ਨੂੰ, ਆਪ ਜੀ ਦਾ ਕੋਈ ਨਾਮ ਨਹੀਂ ਹੈ। ਦੇਖੋ ਸਤਿਗੁਰਾਂ ਨੇ ਕਿੰਨੀ ਬਖਸ਼ਿਸ਼ ਕੀਤੀ ਆ, ਨਾਲੇ ਉਸਨੂੰ ਨਮਸਕਾਰ ਕਰ ਰਹੇ, ਨਾਲੇ ਕਹਿ ਰਹੇ ਪਰਮੇਸ਼ਰ ਜੀ ਤੁਹਾਡਾ ਕੋਈ ਨਾਮ ਹੀ ਨਹੀਂ। ਕਿੰਨੇ ਪਰਮੇਸ਼ਰ ਦੇ ਨਾਮ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਕਿੰਨੇ ਨਾਮ ਹਨ, ਪਰ ਸਤਿਗੁਰੂ ਕਹਿੰਦੇ ਉਹਦਾ ਕੋਈ ਨਾਮ ਨਹੀਂ ਹੈ। ਉਹ ਤੇ ਅਸੀਂ ਨਾਮ ਬਣਾਏ ਆ ਨਾ, ਅਸੀਂ ਉਹਨੂੰ ਹਰੀ ਕਹਿਤਾ, ਰਾਮ, ਪ੍ਰਭੂ, ਅੱਲਾ, ਵਾਹਿਗੁਰੂ ਕਹੀ ਜਾਂਦੇ ਹਾਂ, ਪਰ ਉਹ ਤੇ ਅਨਾਮ ਹੈ ਨਾ, ਉਹਦਾ ਕੋਈ ਨਾਮ ਨਹੀਂ ਹੈ ਉਸ ਪਰਮੇਸ਼ਰ ਦਾ। ਪਰ ਨਮਸਕਾਰ ਹੈ ਉਸਨੂੰ ਜਿਸ ਦਾ ਕੋਈ ਨਾਮ ਨਹੀਂ ਹੈ। ਨਮਸਕਾਰ ਉਸਨੂੰ। ਨਮਸਤੰ ਅਠਾਮੇ। ਅਠਾਮੇ ਦਾ ਅਰਥ ਹੁੰਦਾ, ਠਾਮ ਦਾ ਅਰਥ ਹੁੰਦਾ ਹੈ ਤਾਂ ਜਿਵੇਂ ਧਾਮ ਸ਼ਬਦ ਹੈ ਨਾ, ਥਾਂ, ਜਗ੍ਹਾ, ਧਾਮ ਤੋਂ, ਇਹ ਠਾਮੇ ਤੋਂ ਹੀ ਧਾਮ ਸ਼ਬਦ ਬਣਿਆ, ਠਾਮ ਤੋਂ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਇਹ ਪ੍ਰਮਾਤਮਾ ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਦੀ ਕੋਈ ਖਾਸ ਜਗ੍ਹਾ ਨਹੀਂ ਹੈ। ਭਾਵ ਤੁਸੀਂ ਇੱਕ ਜਗ੍ਹਾ ਦੇ ਮਾਲਕ ਨਹੀਂ, ਸਾਰੀਆਂ ਜਗ੍ਹਾਵਾਂ ਹੀ ਤੁਹਾਡੀਆਂ ਹਨ, ਪਰ ਆਪ ਜੀ ਦੀ ਕੋਈ ਵੀ ਜਗ੍ਹਾ ਨਹੀਂ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਕਰਮੰ। ਇਹ ਪਰਮੇਸ਼ਵਰ ਜੀ, ਆਪ ਜੀ ਨੂੰ ਜਿਹੜਾ ਪ੍ਰਾਪਤ ਕਰਨ ਲਈ ਕੋਈ ਖਾਸ ਤਰ੍ਹਾਂ ਦੇ ਕਰਮ ਨਹੀਂ ਕਰਨੇ ਪੈਂਦੇ। ਨਮਸਤੰ ਅਕਰਮੰ। ਕਿਸੇ ਤਰ੍ਹਾਂ ਦਾ ਕੋਈ ਕਰਮ ਕਰਕੇ, ਵਿਸ਼ੇਸ਼ ਤੌਰ ਤੇ ਕਰਮ ਕਰਕੇ ਆਪ ਜੀ ਦੀ ਪ੍ਰਾਪਤੀ ਨਹੀਂ ਹੈ। ਕਿਸੇ ਤਰ੍ਹਾਂ ਦੇ ਕੋਈ ਕਰਮ ਕਾਂਡ ਕਰਕੇ ਆਪ ਜੀ ਦੀ ਪ੍ਰਾਪਤੀ ਨਹੀਂ ਹੈ। ਨਮਸਤੰ ਅਧਰਮੰ। ਅਕਰਮੰ ਅਧਰਮੰ, ਇਹਦਾ ਧਿਆਨ ਰੱਖਣਾ, ਜਿਹੜੀ ਟਿੱਪੀ ਹੈ ਉਹਨੂੰ ਅੱਧਾ ਬੋਲਣਾ। ਪਰਮੇਸ਼ਵਰ ਜੀ ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਦਾ ਕੋਈ ਧਰਮ ਨਹੀਂ ਹੈ। ਧਰਮੰ ਤੋਂ ਭਾਵ ਕਿ ਆਪ ਜੀ ਦਾ ਕੋਈ ਵਰਨ ਆਸ਼ਰਮ, 4 ਤਰ੍ਹਾਂ ਦੇ ਵਰਨ ਮੰਨੇ ਗਏ ਹਨ, ਤੇ ਆਪ ਜੀ ਕਿਸੇ ਵਰਨ ਦੇ ਨਹੀਂ ਹੈ। ਕਿਸੇ ਤਰ੍ਹਾਂ ਦੀ ਕੋਈ ਖਾਸ ਰਸਮ ਦੀ ਲੋੜ ਨਹੀਂ ਹੈ ਤੁਹਾਨੂੰ ਪ੍ਰਾਪਤ ਕਰਨ ਵਾਸਤੇ। ਕਿਸੇ ਤਰ੍ਹਾਂ ਦਾ ਖਾਸ ਕੋਈ ਵਰਨ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ। ਤੇ ਧਰਮ ਦਾ ਅਰਥ ਨਿਯਮ ਵੀ ਹੁੰਦਾ ਹੈ ਕਿ ਪਰਮੇਸ਼ਵਰ ਜੀ ਤੁਸੀਂ ਕਿਸੇ ਨਿਯਮ ਦੇ ਵਿੱਚ ਨਹੀਂ ਆਉਂਦੇ, ਸਗੋਂ ਤੁਸੀਂ ਤੇ ਸਾਰਿਆਂ ਨੂੰ ਨਿਯਮਾਂ ਦੇ ਵਿੱਚ ਆਪ ਰੱਖਿਆ ਹੋਇਆ ਹੈ, ਆਪਣੇ ਹੁਕਮ ਦੇ ਵਿੱਚ ਰੱਖਿਆ ਹੋਇਆ ਹੈ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਨਾਮੰ, ਨਮਸਤੰ ਅਧਾਮੰ। ਇਹ ਪਰਮੇਸ਼ਵਰ ਜੀ, ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਧਾਮ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਨਾਮ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਘਰ ਘਾਟ ਜਾਂ ਕੋਈ ਧਾਮ ਆਪ ਜੀ ਦਾ ਵਿਸ਼ੇਸ਼ ਨਹੀਂ ਹੈ। ਇਸ ਕਰਕੇ ਇਹ ਪਰਮੇਸ਼ਵਰ ਜੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਜੀਤੇ, ਨਮਸਤੰ ਅਪੀਤੇ। ਵਾਹਿਗੁਰੂ ਜੀ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ, ਅਜੀਤੇ ਹੋ ਤੁਸੀਂ। ਨਮਸਤੰ ਅਪੀਤੇ, ਵਾਹਿਗੁਰੂ ਜੀ ਤੁਹਾਨੂੰ ਕਿਸੇ ਦਾ ਡਰ ਨਹੀਂ ਹੈ। ਭੀਤ ਦਾ ਅਰਥ ਹੁੰਦਾ ਡਰਿਆ ਹੋਇਆ ਬੰਦਾ, ਤੇ ਭੀ ਦਾ ਅਰਥ ਹੈ ਡਰ। ਪਰਮੇਸ਼ਵਰ ਜੀ ਤੁਸੀਂ ਅਪੀਤੇ ਹੋ, ਤੁਹਾਨੂੰ ਕਿਸੇ ਦਾ ਡਰ ਨਹੀਂ ਹੈ। ਨਮਸਤੰ ਅਪੀਤੇ। ਨਮਸਤੰ ਅਬਾਹੇ। ਵਾਹਿਗੁਰੂ ਜੀ ਆਪ ਜੀ ਨੂੰ ਕੋਈ ਹਿਲਾ ਨਹੀਂ ਸਕਦਾ। ਅਬਾਹ,
ਆਪ ਜੀ ਨੂੰ ਕੋਈ ਵਾਹਿਗੁਰੂ ਕੋਈ ਲੈ ਕੇ ਨਹੀਂ ਜਾ ਸਕਦਾ, ਹਿਲਾ ਨਹੀਂ ਸਕਦਾ। ਇੱਕ ਜਗ੍ਹਾ ਤੇ ਤੁਸੀਂ ਟਿਕੇ ਹੋਏ ਹੋ, ਕੋਈ ਨਹੀਂ ਤੁਹਾਨੂੰ ਜਿਹੜਾ ਲੈ ਕੇ ਜਾ ਸਕਦਾ। ਇਸ ਕਰਕੇ ਆਪ ਜੀ ਟਿਕੇ ਹੋਏ ਹੋ, ਅਬਾਹੇ ਹੋ। ਨਮਸਤੰ ਅਟਾਹੇ, ਤੇ ਤੁਹਾਨੂੰ ਕੋਈ ਢਾਹ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ, ਕੋਈ ਡੇਗ ਨਹੀਂ ਸਕਦਾ। ਐਸੀ ਆਪ ਜੀ ਦੀ ਸਤਾ ਹੈ। ਨਮਸਤੰ ਅਨੀਲੇ, ਨਮਸਤੰ ਅਨਾਦੇ। ਇਹ ਪਰਮੇਸ਼ਵਰ ਜੀ, ਅਨੀਲ ਦਾ ਅਰਥ ਹੁੰਦਾ ਹੈ ਹਵਾ, ਕਿ ਆਪ ਜੀ ਸਾਰਿਆਂ ਦੇ ਅੰਦਰ ਹਵਾ ਦੇ ਨਾਲ ਜਿੰਦ ਜਾਨ ਪੈਦਾ ਕਰਨ ਵਾਲੇ ਹੋ। ਨਮਸਤੰ ਅਨੀਲੇ, ਨਮਸਤੰ ਅਨਾਦੇ। ਇਹ ਵਾਹਿਗੁਰੂ ਜੀ, ਇਹ ਪਰਮੇਸ਼ਵਰ ਜੀ, ਆਪ ਜੀ ਜਿਹੜਾ ਹੈ, ਆਪ ਜੀ ਦਾ ਕੋਈ ਆਦ ਬੰਨਾ ਨਹੀਂ ਹੈ। ਅਨਾਦ, ਨਾਦ ਦਾ ਅਰਥ ਹੁੰਦਾ ਇੱਕ ਸਿਰੇ ਤੋਂ ਦੂਸਰਾ ਸਿਰਾ ਹੁੰਦਾ ਨਾ। ਇਹ ਨਹੀਂ ਪਤਾ ਪਰਮੇਸ਼ਵਰ ਜੀ ਆਪ ਜੀ ਦਾ ਕਿਹੜਾ ਸਿਰਾ ਹੈ, ਇੱਕ ਕੋਈ ਨਹੀਂ ਪਤਾ ਹੈ। ਆਪ ਇਸ ਕਰਕੇ ਅਨਾਦਿ ਹੋ, ਭਾਵ ਆਪ ਜੀ ਦਾ ਕੋਈ ਸ਼ੁਰੂ ਦਾ ਪਾਸਾ ਨਹੀਂ ਪਤਾ ਲੱਗਦਾ ਕਿ ਕਿੱਥੋਂ ਸ਼ੁਰੂ ਹੁੰਦੇ ਹੋ। ਇਸ ਕਰਕੇ ਸਾਡੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਛੇਦੇ, ਨਮਸਤੰ ਅਗਾਧੇ। ਇਹ ਪਰਮੇਸ਼ਵਰ ਜੀ, ਤੁਹਾਨੂੰ ਕੋਈ ਛੇਦ ਨਹੀਂ ਸਕਦਾ। ਛੇਦ ਦਾ ਅਰਥ ਹੁੰਦਾ ਹੈ ਟੋਟੇ ਟੋਟੇ ਕਰਨਾ, ਵੱਖ ਵੱਖ ਕਰਨਾ। ਤੁਹਾਨੂੰ ਕੋਈ ਵੱਖ ਨਹੀਂ ਕਰ ਸਕਦਾ। ਆਪ ਜੀ ਅਛੇਦ ਹੋ। ਨਮਸਤੰ ਅਗਾਧੇ। ਵਾਹਿਗੁਰੂ ਜੀ, ਪਰਮੇਸ਼ਵਰ ਜੀ, ਗਾਧ ਦਾ ਅਰਥ ਹੁੰਦਾ ਹੈ ਕਿ ਡੂੰਘਾਈ। ਆਪ ਜੀ ਦੀ ਕੋਈ ਅੰਤ ਨਹੀਂ ਪਾ ਸਕਦਾ, ਆਪ ਜੀ ਦੀ ਡੂੰਘਾਈ ਨਹੀਂ ਪਤਾ ਲੱਗ ਸਕਦੀ। ਇਸ ਕਰਕੇ ਇਹ ਪਰਮੇਸ਼ਵਰ ਜੀ ਆਪ ਅਗਾਧ ਹੋ। ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਭੰਜੇ। हे ਪਰਮੇਸ਼ਵਰ ਜੀ, ਆਪ ਜੀ ਅਜਿੱਤ ਹੋ, ਅਗੰਜ ਹੋ, ਤੇ ਆਪ ਜੀ ਅਭੰਜ ਹੋ। ਆਪ ਜੀ ਨੂੰ ਭੰਨਿਆ ਤੋੜਿਆ ਨਹੀਂ ਜਾ ਸਕਦਾ। ਨਮਸਤੰ ਉਦਾਰੇ। हे ਪਰਮੇਸ਼ਵਰ ਜੀ, ਆਪ ਉਦਾਰ ਦਿਲ ਵਾਲੇ, ਆਪ ਖੁੱਲੇ ਦਿਲ ਵਾਲੇ ਹੋ। ਨਮਸਤੰ ਉਦਾਰੇ, ਨਮਸਤੰ ਅਪਾਰੇ। ਇਹ ਪਰਮੇਸ਼ਵਰ ਜੀ, ਤੁਸੀਂ ਅਪਾਰ ਹੋ, ਬੇਅੰਤ ਹੋ। ਆਪ ਜੀ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਸਾਡੀ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਸੋ ਏਕੈ, ਨਮਸਤੰ ਅਨੇਕੈ। ਇਹ ਪਰਮੇਸ਼ਵਰ ਜੀ, ਤੁਸੀਂ ਇੱਕ ਹੋ, ਕੋਈ ਦੋ ਨਹੀਂ, ਤੁਸੀਂ ਇੱਕ ਹੀ ਹੋ। ਪਰ ਨਮਸਤੰ ਅਨੇਕੈ, ਤੇ ਉਹੀ ਇੱਕ ਜਿਹੜਾ ਹੈ, ਉਹੀ ਤੁਸੀਂ ਅਨੇਕਾਂ ਰੂਪ ਹੋ ਕਰਕੇ ਫੈਲੇ ਹੋਏ ਹੋ। ਨਿਰਗੁਣ ਰੂਪ ਦੇ ਵਿੱਚ ਆਪ ਜੀ ਇੱਕ ਹੋ, ਤੇ ਸਰਗੁਣ ਰੂਪ ਦੇ ਵਿੱਚ ਆਪ ਜੀ ਦੇ ਕਈ ਆਕਾਰ, ਕਈ ਦ੍ਰਿਸ਼ਟੀਆਂ ਹਨ, ਜੋ ਬਣ ਕੇ ਆਪ ਜੀ ਫੈਲੇ ਹੋਏ ਹੋ। ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ। ਵਾਹਿਗੁਰੂ ਜੀ, ਆਪ ਜੀ ਅਭੂਤ। ਭੂਤ ਦਾ ਅਰਥ ਹੁੰਦਾ ਹੈ ਪੰਜ ਤੱਤ। ਵਾਹਿਗੁਰੂ ਜੀ, ਆਪ ਜੀ ਪੰਜਾਂ ਤੱਤਾਂ ਤੋਂ ਨਹੀਂ ਬਣੇ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਦੀ ਰਚਨਾ ਜਿਹੜੀ ਹੈ, ਉਹ ਪੰਜਾਂ ਤੱਤਾਂ ਤੋਂ ਨਹੀਂ ਹੋਈ। ਆਪ ਜੀ, ਜਿਵੇਂ ਜਗਤ ਦੀ ਰਚਨਾ ਪੰਜਾਂ ਤੱਤਾਂ ਤੋਂ ਹੈ, ਪਰ ਆਪ ਜੀ ਦੀ ਰਚਨਾ ਜਿਹੜੀ ਉਹ ਕਿਸੇ ਪੰਜਾਂ ਤੱਤਾਂ ਤੋਂ ਨਹੀਂ ਹੋਈ। ਇਸ ਕਰਕੇ ਇਹ ਪਰਮੇਸ਼ਵਰ ਜੀ, ਆਪ ਅਭੂਤੇ ਹੋ। ਨਮਸਤੰ ਅਭੂਤੇ, ਨਮਸਤੰ ਅਜੂਪੇ। ਤੇ ਇਹ ਪਰਮੇਸ਼ਵਰ ਜੀ, ਆਪ ਜੀ ਅਜੂਪ ਹੋ। ਅਜੂਪ ਦਾ ਅਰਥ ਹੁੰਦਾ ਹੈ ਸਾਧ ਸੰਗਤ, ਜੂਪ ਸ਼ਬਦ ਹੈ ਨਾ ਜਿਹੜਾ, ਇਹ ਜਦੋਂ ਜਿਹੜੇ ਆ ਪੱਛਮੀ ਧਰਮਾਂ ਦੇ ਵਿੱਚ, ਇਸਲਾਮ 'ਚ ਜਾਂ ਜਿਹੜੇ ਯਹੂਦੀ ਲੋਕ ਕੁਰਬਾਨੀ ਦਿੰਦੇ ਆ ਨਾ, ਕਿਸੇ ਵੀ ਜਾਨਵਰ ਦੀ ਬਲੀ ਦੇਣ ਲੱਗਦੇ ਆ, ਤੇ ਉਹਨੂੰ ਇੱਕ ਕਿੱਲੇ ਦੇ ਨਾਲ ਬੰਨਿਆ ਜਾਂਦਾ, ਜਿਹਦੇ ਨਾਲ ਬੰਨ ਕੇ ਤੇ ਉਹਦੇ ਗਲੇ ਨੂੰ ਜਿਹੜਾ ਆ ਹੌਲੀ ਹੌਲੀ ਚੀਰਿਆ ਜਾਂਦਾ, ਜਿਹਨੂੰ ਜ਼ਿਬਾ ਕਹਿੰਦੇ ਆ। ਉਹ ਜੇ ਜ਼ਿਬਾ ਕਰਨ ਵਾਸਤੇ ਉਹ ਕਿੱਲੇ ਦੇ ਨਾਲ ਬੰਨਦੇ ਆ ਨਾ, ਜਿਸ ਦੇ ਨਾਲ, ਉਸ ਕਿੱਲੇ ਨੂੰ ਕਿਹਾ ਜਾਂਦਾ ਜੂਪ। ਉਸ ਕਿੱਲੇ ਨੂੰ ਜੂਪ ਕਿਹਾ ਜਾਂਦਾ ਹੈ। ਤੇ ਇਹ ਪਰਮੇਸ਼ਵਰ ਜੀ, ਤੁਹਾਨੂੰ ਕੋਈ ਕਿਸੇ ਕਿੱਲੇ ਦੇ ਨਾਲ ਬੰਨ ਨਹੀਂ ਸਕਦਾ। ਤੁਸੀਂ ਅਜੂਪ ਹੋ। ਆਪ ਜੀ ਅਜੂਪੇ ਹੋ। ਇਹਦਾ ਅਰਥ ਇਹ ਵੀ ਹੈ ਕਿ ਇਹ ਪਰਮੇਸ਼ਵਰ ਜੀ, ਆਪ ਜੀ ਦੀ ਪ੍ਰਾਪਤੀ ਜਿਹੜੀ ਹੈ, ਕਿਸੇ ਤਰ੍ਹਾਂ ਦੇ ਖਾਸ ਜਾਨਵਰ ਦੀ ਬਲੀ ਦੇ ਕੇ ਨਹੀਂ ਕੀਤੀ ਜਾ ਸਕਦੀ। ਤੇ ਕਿਸੇ ਖਾਸ ਜਾਨਵਰ ਨੂੰ ਕਿਸੇ ਕਿੱਲੇ ਦੇ ਨਾਲ ਬੰਨ ਕੇ ਤੇ ਉਹਦੇ ਗਲਾ ਜਿਹੜਾ ਜ਼ਿਬਾ ਕਰ ਦਿੱਤਾ ਜਾਵੇ, ਇਸ ਤਰ੍ਹਾਂ ਵੀ ਆਪ ਜੀ ਦੀ ਪ੍ਰਾਪਤੀ ਨਹੀਂ ਹੈ। ਨਮਸਤੰ ਅਜੂਪੇ। ਆਪ ਜੀ ਅਜੂਪੇ ਹੋ। ਨਮਸਤੰ ਅਕਰਮੰ। ਵਾਹਿਗੁਰੂ। ਨਮਸਤੰ ਅਕਰਮੇ, ਨਮਸਤੰ ਅਪਰਮੇ। ਵਾਹਿਗੁਰੂ ਜੀ, ਇਹ ਪਰਮੇਸ਼ਵਰ ਜੀ, ਤੁਸੀਂ ਕਰਮ ਰਹਿਤ ਹੋ। ਤੁਹਾਡੇ ਉੱਤੇ ਕੋਈ ਕਰਮ ਲਾਗੂ ਨਹੀਂ ਹੁੰਦਾ, ਨਿਰਕਰਮ ਹੋ। ਜਾਂ हे ਪਰਮੇਸ਼ਵਰ ਜੀ, ਤੁਹਾਨੂੰ ਪ੍ਰਾਪਤ ਕਰਨ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਖਾਸ ਕਿਸਮਾਂ ਦੀ ਰਸਮ ਜਿਹੜੀ ਉਹ ਨਹੀਂ ਕਰਨੀ ਪੈਂਦੀ, ਖਾਸ ਤਰ੍ਹਾਂ ਦੇ ਕਰਮ ਨਹੀਂ ਕਰਨੇ ਪੈਂਦੇ। ਨਮਸਤੰ ਅਪਰਮੇ। ਇਹ ਪਰਮੇਸ਼ਵਰ ਜੀ, ਤੁਸੀਂ ਭਰਮਾਂ ਤੋਂ ਰਹਿਤ ਹੋ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਹੈ। ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ। ਇਹ ਵਾਹਿਗੁਰੂ ਜੀ, ਤੂੰ ਨਿਰਦੇਸੇ, ਭਾਵ ਤੁਹਾਡਾ ਕੋਈ ਖਾਸ ਦੇਸ਼ ਨਹੀਂ ਹੈ, ਸਗੋਂ ਸਾਰੇ ਹੀ ਦੇਸ਼ ਆਪ ਜੀ ਦੇ ਹਨ।
ਨਿਰਦੇਸ਼, ਤੁਸੀਂ ਦੇਸ਼ ਰਹਿਤ ਹੋ। ਇਹ ਨਹੀਂ ਕਿ ਤੁਸੀਂ ਇੱਕ ਦੇਸ਼ ਦੇ ਹੋ। ਆਪ ਜੀ ਦਾ ਕੋਈ ਖਾਸ ਜਿਹੜਾ ਦੇਸ਼ ਨਹੀਂ ਹੈ। ਨਮਸਤੰ ਨਿਰਭੇਸਤੇ, ਭੇਸ ਤੋਂ ਬਿਨਾਂ ਹੋ। ਆਪ ਜੀ ਦਾ ਕੋਈ ਖਾਸ ਪਹਿਰਾਵਾ, ਖਾਸ ਵੇਸ਼ ਭੂਸ਼ਾ ਨਹੀਂ ਹੈ। ਇਸ ਕਰਕੇ ਤੁਸੀਂ ਜੋ ਹੋ ਪਰਮੇਸ਼ਵਰ ਜੀ, ਤੁਸੀਂ ਨਿਰਭੇਸ ਹੋ। ਆਪ ਜੀ ਕਿਸੇ ਤਰ੍ਹਾਂ ਦੇ ਕੋਈ ਭੇਸ ਦੇ ਵਿੱਚ ਨਹੀਂ ਆਉਂਦੇ। ਵਾਹਿਗੁਰੂ। ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ। ਇਹ ਵਾਹਿਗੁਰੂ ਜੀ, ਨਿਰਨਾਮ ਆਪ ਜੀ ਦਾ ਕੋਈ ਵਿਸ਼ੇਸ਼ ਨਾਮ ਨਹੀਂ ਹੈ। ਨਮਸਤੰ ਨਿਰਕਾਮੇ, ਆਪ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ ਹੈ। ਕਿਉਂਕਿ ਮਨੁੱਖ ਦੀ ਤੇ ਕਾਮਨਾ ਹੁੰਦੀ ਹੈ ਨਾ ਕਿ ਮੈਂ ਉਹ ਪ੍ਰਾਪਤ ਕਰ ਲਾਂ, ਉਹ ਪ੍ਰਾਪਤ ਕਰ ਲਾਂ, ਪਰ ਪਰਮੇਸ਼ਵਰ ਜੀ ਆਪ ਜੀ ਦੀ ਕੋਈ ਕਾਮਨਾ ਨਹੀਂ ਹੈ। ਆਪ ਜੀ ਨਿਰਕਾਮ ਹੋ। ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ। ਇਹ ਵਾਹਿਗੁਰੂ ਜੀ, ਪਰਮੇਸ਼ਵਰ ਜੀ, ਤੁਸੀਂ ਧਾਤ ਭਾਵ ਜਿਹੜੇ ਤੱਤ ਹਨ ਉਹਨਾਂ ਤੋਂ ਪੈਦਾ ਨਹੀਂ ਹੋਏ। ਤੁਸੀਂ ਕਿਸੇ ਧਾਤ ਦੇ ਨਹੀਂ ਬਣੇ ਹੋਏ, ਕਿਸੇ ਵੀ ਤੱਤ ਦੇ ਨਹੀਂ ਬਣੇ ਹੋਏ। ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ। ਤੇ ਘਾਤ ਦਾ ਅਰਥ ਹੁੰਦਾ ਹੈ ਜ਼ਖਮ, ਘਾਤ ਦਾ ਅਰਥ ਹੁੰਦਾ ਹੈ ਚੋਟ। ਪਰਮੇਸ਼ਵਰ ਜੀ ਤੁਹਾਡੇ ਤੇ ਕੋਈ ਘਾਤ ਨਹੀਂ ਲਾ ਸਕਦਾ, ਕੋਈ ਜ਼ਖਮ ਨਹੀਂ ਤੁਹਾਨੂੰ ਦੇ ਸਕਦਾ, ਕਿਸੇ ਤਰ੍ਹਾਂ ਦਾ ਤੁਹਾਨੂੰ ਜਿਹੜਾ ਹੈ ਉਹ ਦੁੱਖ ਨਹੀਂ ਦੇ ਸਕਦਾ। ਆਪ ਜੀ ਨਿਰਘਾਤ ਹੋ। ਨਮਸਤੰ ਨਿਰਘਾਤੇ। ਨਮਸਤੰ ਨਿਰਧੂਤੇ, ਨਮਸਤੰ ਅਭੂਤੇ। ਨਿਰਧੂਤੇ, ਵਾਹਿਗੁਰੂ ਜੀ, ਆਪ ਜੀ ਧੂਤ ਦਾ ਅਰਥ ਹੁੰਦਾ ਹਿੱਲ ਜਾਏ ਜਿਹੜੀ ਚੀਜ਼। ਤੇ ਪਰਮੇਸ਼ਵਰ ਜੀ ਤੁਸੀਂ ਨਿਰਧੂਤ ਹੋ। ਤੁਹਾਡਾ ਟਿਕਾਣਾ ਹਿਲਾਇਆ ਨਹੀਂ ਜਾ ਸਕਦਾ, ਤੁਹਾਨੂੰ ਹਿਲਾਇਆ ਨਹੀਂ ਜਾ ਸਕਦਾ। ਆਪ ਜੀ ਨਿਰਧੂਤ ਹੋ। ਨਮਸਤੰ ਅਭੂਤੇ। ਤੇ ਇਹ ਪਰਮੇਸ਼ਵਰ ਜੀ, ਤੁਸੀਂ ਪੰਜ ਤੱਤਾਂ ਤੋਂ ਨਹੀਂ ਬਣੇ ਹੋਏ, ਇਸ ਕਰਕੇ ਆਪ ਜੀ ਅਭੂਤ ਹੋ। ਨਮਸਤੰ ਅਲੋਕੇ, ਨਮਸਤੰ ਅਸੋਕੇ। ਇਹ ਵਾਹਿਗੁਰੂ ਜੀ, ਜੋ ਆਪ ਹੋ, ਆਪ ਜੀ ਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਅਲੋਕੇ, ਲੋਕੇ ਭਾਵ ਜਿਹੜੀ ਦ੍ਰਿਸ਼ਟੀ ਹੈ ਸਾਡੀ, ਇਹਦੇ ਨਾਲ ਆਪ ਜੀ ਨੂੰ ਨਹੀਂ ਦੇਖਿਆ ਜਾ ਸਕਦਾ। ਆਪ ਜੀ ਅਦ੍ਰਿਸ਼ਟ ਹੋ। ਨਮਸਤੰ ਅਲੋਕੇ, ਨਮਸਤੰ ਅਸੋਕੇ। ਤੇ ਆਪ ਜੀ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੋਕ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਨਮਸਤੰ ਅਸੋਕੇ। ਨਮਸਤੰ ਨਿਰਤਾਪੇ, ਨਮਸਤੰ ਅਥਾਪੇ। ਇਹ ਪਰਮੇਸ਼ਵਰ ਜੀ, ਤੁਸੀਂ ਤਿੰਨ ਤਰ੍ਹਾਂ ਦੇ ਤਾਪਾਂ ਤੋਂ ਮੁਕਤ ਹੋ। ਨਿਰਤਾਪ, ਤਿੰਨ ਤਰ੍ਹਾਂ ਦੇ ਤਾਪ ਜੀਵ ਨੂੰ ਹਨ, ਉਹ ਸਹਿਣੇ ਪੈਂਦੇ ਹਨ। ਉਹ ਕਿਹੜੇ ਕਿਹੜੇ ਹਨ ਸਾਧ ਸੰਗਤ? ਇੱਕ ਹੈ ਅਧਿਆਤਮਕ ਤਾਪ, ਦੂਸਰਾ ਹੈ ਆਦ ਵੈਦਿਕ ਤਾਪ, ਤੀਸਰਾ ਹੈ ਆਦ ਭੌਤਿਕ ਤਾਪ। ਆਦ ਵੈਦਿਕ ਤਾਪ ਦੇ ਕਲੇਸ਼ ਹੁੰਦੇ ਆ। ਅਧਿਆਤਮਿਕ ਤਾਪ ਜਿਹੜਾ ਉਹ ਮਨ ਤੋਂ ਉੱਠੇ ਕਲੇਸ਼ ਹੁੰਦੇ ਮਨੁੱਖ ਦੇ, ਜਿਹੜੀਆਂ ਮਨ ਦੇ ਵਿੱਚ ਗੱਲਾਂ ਹੁੰਦੀਆਂ ਉਹਨਾਂ ਦਾ ਜਿਹੜਾ ਦੁੱਖ ਹੁੰਦਾ ਹੈ ਉਹਨੂੰ ਕਹਿੰਦੇ ਆ ਅਧਿਆਤਮਕ ਤਾਪ। ਤੇ ਆਦ ਦੈਵਿਕ ਤਾਪ ਹੁੰਦਾ ਹੈ, ਜਿਹੜੇ ਕਲੇਸ਼ ਹੁੰਦੇ ਮਨੁੱਖ ਦੀ ਕਿਸਮਤ ਦੇ ਵਿੱਚ, ਜਿਹੜੇ ਦੁੱਖ ਲਿਖੇ ਹੁੰਦੇ ਉਹਨਾਂ ਨੂੰ ਆਦ ਵੈਦਿਕ ਤਾਪ ਕਹਿੰਦੇ ਆ। ਤੇ ਆਦ ਭੌਤਿਕ ਤਾਪ ਹੁੰਦੇ ਆ ਜਿਹੜੇ ਜੀਵ ਦੂਸਰੇ ਜੀਵਾਂ ਤੋਂ ਮਿਲਦੇ ਆ, ਜਿਵੇਂ ਪਰਿਵਾਰ ਤੋਂ ਜਾਂ ਸਕੇ ਸੰਬੰਧੀਆਂ ਤੋਂ, ਦੋਸਤਾਂ ਮਿੱਤਰਾਂ ਤੋਂ ਜਿਹੜੇ ਦੁੱਖ ਮਿਲਦੇ ਆ ਨਾ, ਉਹਨੂੰ ਆਦ ਭੌਤਿਕ ਤਾਪ ਕਹਿੰਦੇ। ਇਹ ਤਿੰਨ ਤਰ੍ਹਾਂ ਦੇ ਤਾਪ ਮੰਨੇ ਗਏ। ਤੇ ਹੇ ਪਰਮੇਸ਼ਵਰ ਜੀ, ਹੇ ਅਕਾਲ ਪੁਰਖ ਜੀ, ਆਪ ਜੀ ਨੂੰ ਕਿਸੇ ਤਰ੍ਹਾਂ ਦਾ ਕੋਈ ਤਾਪ ਨਹੀਂ ਹੈ। ਨਿਰਤਾਪੇ ਹੋ ਤੁਸੀਂ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ, ਕੋਈ ਦੁੱਖ ਨਹੀਂ ਤੁਹਾਨੂੰ ਦੇ ਸਕਦਾ। ਨਮਸਤੰ ਅਥਾਪੇ। ਤੇ ਤੁਸੀਂ ਮਹਾਰਾਜ ਜੀ, ਹੇ ਪਰਮੇਸ਼ਵਰ ਜੀ, ਅਥਾਪ ਹੋ, ਤੁਹਾਨੂੰ ਥਾਪਿਆ ਨਹੀਂ ਜਾ ਸਕਦਾ। ਤੁਸੀਂ ਥਾਪ, ਕਿਸੇ ਜਿਵੇਂ ਮੂਰਤੀ ਦੀ ਥਾਪਨਾ ਕੀਤੀ ਜਾਂਦੀ ਹੈ ਨਾ ਮੰਦਿਰ ਦੇ ਵਿੱਚ, ਤੇ ਵਿਸ਼ੇਸ਼ ਕਰਕੇ ਪੰਡਤਾਂ ਨੂੰ ਬੁਲਾ ਕੇ ਤੇ ਫਿਰ ਉਹਨਾਂ ਦੇ ਕੋਲੋਂ ਕਈ ਤਰ੍ਹਾਂ ਦੇ ਹਵਨ ਕਰਾਏ ਜਾਂਦੇ ਆ। ਹੇ ਪਰਮੇਸ਼ਵਰ ਜੀ, ਹੇ ਵਾਹਿਗੁਰੂ ਜੀ, ਆਪ ਜੀ ਨਿਰਤਾਪ ਹੋ। ਆਪ ਜੀ ਨੂੰ ਜੋ ਹੈ ਕਿਸੇ ਤਰ੍ਹਾਂ ਦਾ ਕੋਈ ਤਾਪ ਨਹੀਂ ਹੈ। ਤੇ ਫਿਰ ਆਪ ਪਰਮੇਸ਼ਵਰ ਜੀ ਅਥਾਪ ਹੋ, ਤੁਹਾਨੂੰ ਥਾਪਿਆ ਨਹੀਂ ਜਾਂਦਾ। ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ। ਤਿਰਮਾਨੇ, ਹੇ ਵਾਹਿਗੁਰੂ ਜੀ, ਤਿਰਮਾਨੇ ਤੋਂ ਭਾਵ ਇਹ ਪਰਮੇਸ਼ਵਰ ਜੀ, ਆਪ ਜੀ ਤਿੰਨਾਂ ਲੋਕਾਂ, ਆਕਾਸ਼, ਪਤਾਲ ਤੇ ਮਾਤਲੋਕ, ਇਹਨਾਂ ਦੇ ਜਿਹੜੇ ਵੀ ਜੀਵ ਹਨ ਉਹ ਆਪ ਜੀ ਨੂੰ ਮੰਨਦੇ ਹਨ, ਆਪ ਜੀ ਨੂੰ ਹੀ ਯਾਦ ਕਰਦੇ ਹਨ। ਤਿਰਮਾਨੇ, ਆਪ ਜੀ ਨੂੰ ਮੰਨਦੇ ਹਨ, ਆਪ ਜੀ ਦੇ ਉਹ ਬਣਾਏ ਹੋਏ ਜੀਵ ਹਨ। ਨਮਸਤੰ ਨਿਧਾਨੇ, ਤੇ ਜਿੰਨੇ ਵੀ ਖਜ਼ਾਨੇ ਹਨ ਉਹ ਆਪ ਜੀ ਦੇ ਹਨ। ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਤੁਸੀਂ ਸਭ ਗੁਣਾਂ ਦੇ ਮਾਲਕ ਹੋ, ਸਾਰਿਆਂ ਖਜ਼ਾਨਿਆਂ ਦੇ ਮਾਲਕ ਆਪ ਹੀ ਹੋ। ਨਮਸਤੰ ਨਿਧਾਨੇ। ਨਮਸਤੰ ਅਗਾਹੇ, ਨਮਸਤੰ ਅਬਾਹੇ। ਇਹ ਪਰਮੇਸ਼ਵਰ ਜੀ, ਆਬਾਦ, ਇਹ ਪਰਮੇਸ਼ਵਰ ਜੀ, ਆਪ ਜੀ ਨੂੰ ਕੋਈ ਗਾਇਆ ਨਹੀਂ ਜਾ ਸਕਦਾ, ਭਾਵ ਆਪ ਜੀ ਨੂੰ ਕੋਈ ਹਿਲਾ ਨਹੀਂ ਸਕਦਾ। ਨਮਸਤੰ ਅਬਾਹੇ। ਇਹ ਪਰਮੇਸ਼ਵਰ ਜੀ, ਆਪ ਜੀ ਨੂੰ ਕੋਈ ਵੀ ਕਿਸੇ ਤਰ੍ਹਾਂ ਆਪ ਜੀ ਦਾ ਥਾਂ ਨਹੀਂ ਪਾ ਸਕਦਾ। ਅਗਾਹੇ ਦਾ ਅਰਥ
ਅਬਾਹੇ ਦਾ ਅਰਥ ਹੈ ਪਰਮੇਸ਼ਵਰ ਜੀ ਆਪ ਜੀ ਨੂੰ ਹਿਲਾਇਆ ਨਹੀਂ ਜਾ ਸਕਦਾ। ਨਮਸਤੰ ਧਿਰ ਵਰਗੇ, ਨਮਸਤੰ ਅਸਰਗੇ। ਧਿਰ ਵਰਗ ਤਿੰਨਾਂ ਵਰਗਾਂ ਨਾਲ ਸੰਬੰਧ ਰੱਖਣ ਵਾਲੇ, ਭਾਵ ਦੁਨੀਆ ਦੇ ਤਿੰਨ ਮਨੋਰਥ ਹੁੰਦੇ ਆ, ਧਰਮ, ਅਰਥ ਤੇ ਕਾਮ। ਇਹ ਤਿੰਨ ਜਿਹੜੇ ਆ ਨਾ, ਇਹਨਾਂ ਦੇ ਵਿੱਚ ਵੀ ਆਪ ਜੀ ਨਹੀਂ ਆਉਂਦੇ। ਆਪ ਜੀ ਨੂੰ ਧਰਮ, ਅਰਥ, ਕਾਮ ਤੋਂ ਵੱਖਰਾ ਕੀਤਾ ਗਿਆ ਹੈ, ਕਿਉਂਕਿ ਇਹ ਤਿੰਨਾਂ ਦੀ ਲੋੜ ਮਨੁੱਖ ਨੂੰ ਪੈਂਦੀ ਹੈ, ਪਰਮੇਸ਼ਵਰ ਨੂੰ ਨਹੀਂ। ਨਮਸਤੰ ਧਿਰ ਵਰਗੇ, ਨਮਸਤੰ ਅਸਰਗੇ। ਹੇ ਪਰਮੇਸ਼ਵਰ ਜੀ, ਹੇ ਅਕਾਲ ਪੁਰਖ ਜੀ, ਆਪ ਜੀ ਨੂੰ ਕੋਈ ਰਚ ਨਹੀਂ ਸਕਦਾ, ਕੋਈ ਬਣਾ ਨਹੀਂ ਸਕਦਾ, ਕਿਉਂਕਿ ਤੁਸੀਂ ਆਪ ਆਪਣੇ ਆਪ ਤੋਂ ਖੁਦ ਹੀ ਬਣੇ ਹੋ। ਆਪਣੇ ਆਪ ਤੋਂ ਤੁਹਾਡਾ ਆਪਾ ਜਿਹੜਾ ਹੈ ਉਹ ਖੁਦ ਬਣਿਆ ਹੈ, ਤੁਹਾਨੂੰ ਕਿਸੇ ਨੇ ਨਹੀਂ ਬਣਾਇਆ। ਨਮਸਤੰ ਅਸਰਗੇ, ਨਮਸਤੰ ਭਰਭੋਗੇ, ਨਮਸਤੰ ਸੁਜੋਗੇ। ਇਹ ਪਰਮੇਸ਼ਵਰ ਜੀ ਭਰਭੋਗ, ਭਾਵ ਆਪ ਜੀ ਭੋਗੀ ਵੀ ਹੋ। ਆਪ ਜੀ ਵਰਗਾ ਕੋਈ ਭੋਗਣ ਵਾਲਾ ਨਹੀਂ ਹੈ। ਜੀਵ ਭੋਗਦਾ ਹੈ, ਉਹਨੂੰ ਦੁੱਖ ਹੈ, ਉਹਨੂੰ ਚਿੰਤਾ ਹੈ, ਉਹਨੂੰ ਦੁੱਖ ਮਿਲਦਾ ਹੈ, ਉਹਨੂੰ ਸਜ਼ਾ ਮਿਲਦੀ ਹੈ, ਪਰ ਪਰਮੇਸ਼ਵਰ ਜੀ ਆਪ ਜੀ ਅਭੋਗੀ ਹੋ। ਆਪ ਨੂੰ ਕੋਈ ਵੀ ਸਭ ਚੀਜ਼ਾਂ ਨੂੰ ਭੋਗ ਸਕਦੇ ਹੋ। ਨਮਸਤੰ ਸੁਜੋਗੇ। ਇਹ ਪਰਮੇਸ਼ਵਰ ਜੀ, ਤੁਸੀਂ ਸੰਸਾਰ ਦੇ ਵਿੱਚ ਸੁਜੋਗ, ਭਾਵ ਰਲੇ ਹੋਏ ਹੋ, ਮਿਕਸ ਹੋਏ ਹੋਏ ਹੋ ਸਾਰੇ ਸੰਸਾਰ ਦੇ ਵਿੱਚ। ਆਪ ਜੀ ਸਾਰੇ ਸੰਸਾਰ ਦੇ ਵਿੱਚ ਸੰਯੁਕਤ ਹੋ। ਨਮਸਤੰ ਅਰੰਗੇ, ਨਮਸਤੰ ਅਭੰਗੇ। ਤੇ ਪਰਮੇਸ਼ਵਰ ਜੀ ਇੰਨਾ ਕੁਝ ਹੁੰਦਿਆਂ ਹੋਇਆ ਵੀ ਆਪ ਜੀ ਅਰੰਗ ਹੋ। ਆਪ ਜੀ ਨੂੰ ਮਾਇਆ ਦਾ ਰੰਗ ਜਿਹੜਾ ਉਹ ਨਹੀਂ ਚੜ ਸਕਦਾ। ਨਮਸਤੰ ਅਭੰਗੇ। ਤੇ ਹੇ ਪਰਮੇਸ਼ਵਰ ਜੀ, ਆਪ ਨੂੰ ਕੋਈ ਭੰਗ ਨਹੀਂ ਕਰ ਸਕਦਾ। ਭੰਗ ਦਾ ਅਰਥ ਆਪ ਜੀ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਨਮਸਤੰ ਅਭੰਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ। ਪਰਮੇਸ਼ਵਰ ਜੀ ਆਪ ਜੀ ਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਆਪ ਜੀ ਨੂੰ ਕੋਈ ਭੰਗ ਨਹੀਂ ਕਰ ਸਕਦਾ। ਨਮਸਤੰ ਅਗੰਮੇ, ਨਮਸਤਸਤਰੰਮੇ। ਵਾਹਿਗੁਰੂ ਜੀ, ਪਰਮੇਸ਼ਵਰ ਜੀ ਆਪ ਜੀ ਅਗੰਮ ਹੋ। ਆਪ ਜੀ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ, ਭਾਵ ਮਨ ਦੇ ਨਾਲ ਆਪ ਜੀ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤਰੰਮੇ, ਨਮਸਤਸਤ ਦਾ ਅਰਥ ਵੀ ਨਮਸਕਾਰ ਹੈ ਤੈਨੂੰ, ਇਹੀ ਹੈ ਜੀ। ਨਮਸਤਸਤ, ਤਸਤ ਦਾ ਅਰਥ ਤੈਨੂੰ, ਨਮਸਕਾਰ ਹੈ। ਇਹ ਪਰਮੇਸ਼ਵਰ ਜੀ ਆਪ ਜੀ ਨੂੰ ਨਮਸਕਾਰ ਹੈ, ਕਿਉਂਕਿ ਆਪ ਜੀ ਸਾਰਿਆਂ ਦੇ ਵਿੱਚ ਰਮੇ ਹੋਏ ਹੋ। ਜਾਂ ਹੇ ਪਰਮੇਸ਼ਵਰ ਜੀ, ਰਮ ਦਾ ਅਰਥ ਸੁੰਦਰ ਵੀ ਹੁੰਦਾ ਹੈ, ਤੇ ਆਪ ਜੀ ਬਹੁਤ ਸੁੰਦਰ ਹੋ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਜਲਾਸਰੇ, ਜਲ ਆਸਰੇ। ਆਪ ਜੀ ਦਾ ਜਲਾਂ ਦੇ ਆਸਰੇ ਹੋ, ਸਮੁੰਦਰਾਂ ਦੇ ਬਣਾਉਣ ਵਾਲੇ ਹੋ। ਸਾਰੇ ਸਮੁੰਦਰ, ਨਦੀਆਂ, ਝੀਲਾਂ ਆਪ ਜੀ ਦੇ ਆਸਰੇ ਤੇ ਟਿਕੀਆਂ ਹੋਈਆਂ ਹਨ। ਇਸ ਕਰਕੇ ਆਪ ਜੀ ਜਲਾਸਰੇ। ਨਮਸਤੰ ਨਿਰਾਸਰੇ। ਪਰ ਆਪ ਜੀ ਨੂੰ ਕਿਸੇ ਤਰ੍ਹਾਂ ਦਾ ਕਿਸੇ ਦਾ ਆਸਰਾ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਆਸਰਾ ਆਪ ਜੀ ਨੂੰ ਪ੍ਰਾਪਤ ਨਹੀਂ ਹੈ। ਆਪ ਜੀ ਨਿਰਆਸਰ ਹੋ, ਕਿਸੇ ਤਰ੍ਹਾਂ ਦਾ ਕੋਈ ਵੀ ਆਸਰਾ ਆਪ ਜੀ ਨਾਲ ਨਹੀਂ ਹੈ। ਆਪ ਜੀ ਕਿਸੇ ਦਾ ਆਸਰਾ ਨਹੀਂ ਲੈਂਦੇ, ਸਗੋਂ ਸਾਰਿਆਂ ਨੂੰ ਆਸਰਾ ਦੇਣ ਵਾਲੇ ਹੋ। ਨਮਸਤੰ ਅਜਾਤੇ, ਨਮਸਤੰ ਅਪਾਤੇ। ਇਹ ਪਰਮੇਸ਼ਵਰ ਜੀ ਆਪ ਜੀ ਦੀ ਕੋਈ ਖਾਸ ਜਾਤੀ ਨਹੀਂ ਹੈ, ਆਪ ਜੀ ਕਿਸੇ ਜਾਤ ਦੇ ਨਾਲ ਸੰਬੰਧ ਨਹੀਂ ਰੱਖਦੇ। ਨਮਸਤੰ ਅਪਾਤੇ। ਆਪ ਜੀ ਦੀ ਕੋਈ ਖਾਸ ਕੁੱਲ ਵੀ ਨਹੀਂ ਹੈ ਕਿ ਆਪ ਜੀ ਇਸ ਕੁੱਲ ਦੇ ਨਾਲ ਸੰਬੰਧ ਰੱਖਦੇ ਹੋ, ਕਿਸੇ ਤਰ੍ਹਾਂ ਦੀ ਆਪ ਦੀ ਕੋਈ ਕੁੱਲ ਵੀ ਨਹੀਂ ਹੈ। ਨਮਸਤੰ ਅਮਜਬੇ। ਮਜਬ ਦਾ ਅਰਥ ਹੁੰਦਾ ਹੈ ਕੋਈ ਮਤ। ਆਪ ਜੀ ਕਿਸੇ ਵੀ ਮਜਬ ਦੇ ਨਾਲ ਸੰਬੰਧ ਨਹੀਂ ਰੱਖਦੇ। ਨਾ ਪਰਮੇਸ਼ਵਰ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਸਿੱਖ ਹੈ, ਨਾ ਈਸਾਈ ਹੈ। ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ, ਕਿਸੇ ਮਜਬ ਦੇ ਨਾਲ ਸੰਬੰਧ ਨਹੀਂ ਰੱਖਦਾ। ਇਹ ਪਰਮੇਸ਼ਵਰ ਜੀ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤਸਤ ਅਜਬੇ। ਇਹ ਪਰਮੇਸ਼ਵਰ ਜੀ ਆਪ ਅਚਰਜ ਹੋ, ਇਸ ਕਰਕੇ ਆਪ ਜੀ ਨੂੰ ਮੇਰੀ ਨਮਸਕਾਰ ਹੈ ਕਿ ਆਪ ਜੀ ਅਚਰਜ ਹੋ। ਨਮਸਤਸਤ ਅਜਬੇ। ਅਜਬੇ ਦਾ ਅਰਥ ਹੁੰਦਾ ਹੈ ਅਚਰਜ। ਆਪ ਜੀ ਅਚਰਜ ਹੋ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਆਦੇਸ਼ੰ ਆਦੇਸੇ, ਨਮਸਤੰ ਅਪੇਸੇ। ਆਦੇਸ਼ ਦਾ ਅਰਥ ਹੁੰਦਾ ਹੈ ਨਮਸਕਾਰ। ਆਦੇਸ਼ੰ ਆਦੇਸੇ। ਹੇ ਪਰਮੇਸ਼ਵਰ ਜੀ ਆਪ ਜੀ ਨੂੰ ਨਮਸਕਾਰ ਹੈ। ਆਦੇਸ਼ੰ, ਆਦੇਸ਼ੰ ਦਾ ਅਰਥ ਵੀ ਨਮਸਕਾਰ ਹੁੰਦੀ ਹੈ ਕਿ ਆਪ ਜੀ ਦਾ ਕੋਈ ਦੇਸ਼ ਨਹੀਂ ਹੈ। ਆਦੇਸੇ, ਬਿਨਾਂ ਦੇਸ਼ ਤੋਂ ਹੋ ਆਪ ਜੀ। ਨਮਸਤੰ ਆਦੇਸੇ, ਨਮਸਤੰ ਅਪੇਸੇ। ਆਪ ਜੀ ਦਾ ਕੋਈ ਵੇਸ਼, ਆਪ ਜੀ ਦੀ ਕੋਈ ਵੇਸ਼ ਭੂਸ਼ਾ ਨਹੀਂ ਹੈ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਨਿਰਧਾਮੇ, ਨਮਸਤੰ ਨਿਰਬਾਮੇ। ਇਹ ਪਰਮੇਸ਼ਵਰ ਜੀ ਤੁਹਾਡਾ ਕੋਈ ਖਾਸ ਧਾਮ ਨਹੀਂ ਹੈ। ਇਹ ਪਰਮੇਸ਼ਵਰ ਜੀ ਆਪ ਜੀ ਕਿਸੇ ਇਸਤਰੀ ਤੋਂ ਪੈਦਾ ਨਹੀਂ ਹੋਏ। ਬਾਮ ਦਾ ਅਰਥ ਹੁੰਦਾ ਹੈ ਇਸਤਰੀ। ਇਹ ਪਰਮੇਸ਼ਵਰ ਜੀ ਆਪ ਜੀ ਦਾ ਕਿਸੇ ਵੀ ਇਸਤਰੀ ਤੋਂ ਜਨਮ ਨਹੀਂ ਹੋਇਆ, ਇਸ ਕਰਕੇ ਆਪ ਜੀ
ਨਿਰਬਾਮੇ ਹੋ। ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ। हे ਪਰਮੇਸ਼ਵਰ ਜੀ, ਆਪ ਸਾਰਿਆਂ ਦੇ ਕਾਲ ਹੋ, ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਜਾਂ हे ਪਰਮੇਸ਼ਵਰ ਜੀ, ਤੁਸੀਂ ਸਾਰੇ ਕਾਲਾਂ ਦੇ ਵਿੱਚ ਸਥਿਰ ਰਹਿਣ ਵਾਲੇ ਹੋ। ਨਮੋ ਸਰਬ ਦਿਆਲੇ। हे ਪਰਮੇਸ਼ਵਰ ਜੀ, ਸਾਰਿਆਂ ਦੇ ਉੱਤੇ ਆਪਣੀ ਕਿਰਪਾ ਦਿਆਲਤਾ ਦੇ ਘਰ ਹੋ ਆਪ ਜੀ। ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਹੋ, ਦਿਆਲਤਾ ਰੱਖਣ ਵਾਲੇ ਹੋ। ਨਮੋ ਸਰਬ ਰੂਪੇ, ਨਮੋ ਸਰਬ ਭੂਪੇ। हे ਪਰਮੇਸ਼ਵਰ ਜੀ, ਤੂੰ ਹੀ ਸਾਰਿਆਂ ਦੇ ਵਿੱਚ ਇੱਕ ਰੂਪ ਹੋ ਕੇ ਵਰਤ ਰਿਹਾ, ਸਾਰੇ ਰੂਪ ਹੀ ਤੇਰੇ ਹਨ, ਇਸ ਕਰਕੇ ਤੈਨੂੰ ਨਮਸਕਾਰ ਹੈ। ਨਮੋ ਸਰਬ ਭੂਪੇ, ਤੈਨੂੰ ਨਮਸਕਾਰ ਹੈ, ਤੂੰ ਸਾਰਿਆਂ ਦਾ ਰਾਜਾ ਹੈ। ਭੂਪ ਦਾ ਅਰਥ ਹੁੰਦਾ ਹੈ ਰਾਜਾ। ਆਪ ਜੀ ਸਾਰਿਆਂ ਦੇ ਰਾਜੋ, ਪਾਤਸ਼ਾਹ ਹੋ, ਇਸ ਕਰਕੇ ਆਪ ਜੀ ਨੂੰ ਪਰਮੇਸ਼ਵਰ ਜੀ ਨਮਸਕਾਰ ਹੈ। ਨਮੋ ਸਰਬ ਖਾਪੇ, ਨਮੋ ਸਰਬ ਥਾਪੇ। हे ਪਰਮੇਸ਼ਵਰ ਜੀ, ਆਪ ਜੀ ਨੂੰ ਨਮਸਕਾਰ ਹੈ, ਤੁਸੀਂ ਖਾਪੇ ਦਾ ਅਰਥ ਹੁੰਦਾ ਹੈ ਨਾਸ਼ ਕਰ ਦੇਣਾ, ਖਪਾ ਦੇਣਾ। ਆਪ ਜੀ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਨਮੋ ਸਰਬ ਥਾਪੇ, ਆਪ ਸਭ ਨੂੰ ਥਾਪਣ ਵਾਲੇ ਹੋ, ਬਣਾਉਣ ਵਾਲੇ ਹੋ। ਨਮਸਕਾਰ। ਨਮੋ ਸਰਬ ਕਾਲੇ, ਇਹ ਪਰਮੇਸ਼ਵਰ ਜੀ, ਤੁਸੀਂ ਸਾਰਿਆਂ ਦਾ ਕਾਲ ਰੂਪ ਹੋ, ਸਾਰਿਆਂ ਨੂੰ ਖਤਮ ਕਰਨ ਵਾਲੇ ਹੋ। ਨਮੋ ਸਰਬ ਪਾਲੇ, ਤੁਸੀਂ ਸਾਰਿਆਂ ਨੂੰ ਜਿਹੜੀ ਹੈ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ। ਜਿੰਨੇ ਵੀ ਜੀਵ ਸੰਸਾਰ ਤੇ ਹਨ, ਉਹਨਾਂ ਦੀ ਆਪ ਜੀ ਪਾਲਣਾ ਕਰਦੇ ਹੋ। ਸੋ ਸਾਧ ਸੰਗਤ ਜੀ, ਆਪਾਂ 20 ਬੰਦ ਜਿਹੜੇ ਉਹ ਵਿਚਾਰ ਚੁੱਕੇ ਹਾਂ। ਇਸ ਤੋਂ ਅਗਲੇ ਬੰਦ, ਕਿਉਂਕਿ ਸਮਾਂ ਫਿਰ ਵਧੀਕ ਹੋ ਜਾਣਾ, ਤੇ ਉਂਝ ਤੇ 28 ਬੰਦ ਇਸ ਛੰਦ ਦੇ ਸਨ, ਤੇ ਉਹ ਬਾਕੀ ਦੇ ਆਪਾਂ ਕੱਲ ਨੂੰ ਵਿਚਾਰਾਂਗੇ, ਤੇ ਫਿਰ ਅਗਲੀ ਜਿਹੜੀ ਸੰਥਿਆ ਕੱਲ ਨੂੰ ਆਰੰਭ ਕਰਾਂਗੇ। ਸੋ ਇੱਥੇ ਹੀ ਦਾਸ ਵੱਲੋਂ ਆਪ ਜੀ ਨੇ ਫਤਿਹ ਪ੍ਰਵਾਨ ਕਰਨੀ। ਹੁਣ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਦੇ ਨਾਲ ਸਾਂਝ ਪਾਉਣਗੇ, ਜੋ ਅੱਜ ਸੰਪੂਰਨਤਾ ਦਿਵਸ ਹੈ ਉਹਦੇ ਬਾਰੇ। ਸੋ ਆਪ ਜੀ ਨੇ ਯਾਦ ਰੱਖਣਾ ਕਿ ਆਪਾਂ 20 ਬੰਦ ਵਿਚਾਰ ਚੁੱਕੇ ਹਾਂ, ਤੇ ਕੱਲ ਨੂੰ 21ਵੇਂ ਬੰਦ ਤੋਂ ਆਪਾਂ ਜਿਹੜੀ ਵਿਚਾਰ ਚਰਚਾ ਆਰੰਭ ਕਰਨੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗਿਆਨੀ ਲਖਵੀਰ ਸਿੰਘ ਜੀ ਪਾਸੋਂ ਜਾਪ ਸਾਹਿਬ ਦੀ ਸੰਥਿਆ ਅਰਥਾਂ ਸਮੇਤ ਸ਼ਰਵਣ ਕਰ ਰਹੇ ਸੀ। ਸਵੇਰੇ ਵੀ ਇੱਕ ਮੈਸੇਜ ਆਇਆ ਸੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਇਹਦੇ ਸੰਬੰਧ ਦੇ ਅੰਦਰ ਜਿਹੜੀ ਵਿਚਾਰ ਹੈ ਉਹ ਜ਼ਰੂਰ ਕੀਤੀ ਜਾਏ, ਇਹਦੇ ਬਾਰੇ ਦੱਸਿਆ ਜਾਏ। ਵੈਸੇ ਵੀ ਮਨ ਦੇ ਅੰਦਰ ਇਹ ਸੋਚ ਕੇ ਰੱਖਿਆ ਸੀ ਕਿ ਇਹਦੇ ਸੰਬੰਧ ਦੇ ਵਿੱਚ ਵਿਚਾਰਾਂ ਜਿਹੜੀਆਂ ਨੇ ਉਹ ਜ਼ਰੂਰ ਆਪ ਨਾਲ ਸਾਂਝੀਆਂ ਕਰਨੀਆਂ ਹਨ। ਸਭ ਤੋਂ ਪਹਿਲਾਂ ਮੈਂ ਇੱਕ ਜਿਹੜਾ ਭੁਲੇਖਾ ਆਪਣੇ ਅੰਦਰ ਹੈ ਉਹ ਬਾਹਰ ਕੱਢ ਦਿਆਂ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ, ਜੋ ਦਮਦਮਾ ਸਾਹਿਬ ਦੀ ਧਰਤੀ ਤੇ ਕੀਤਾ ਗਿਆ। ਕਿਉਂਕਿ ਹੋ ਕੀ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਕੁਝ ਲੋਕ ਜਿਹੜੇ ਨੇ, ਪਤਾ ਉਹਨਾਂ ਨੂੰ ਵੀ ਸਭ ਕੁਝ ਹੈ। ਮੈਂ ਤਾਂ ਰਿਕੁਐਸਟ ਬੇਨਤੀ ਕਰਦਾ ਰਹਿਣਾ ਕਿ ਸੋਸ਼ਲ ਮੀਡੀਆ ਤੇ ਗੁਰਬਾਣੀ ਤੇ ਇਤਿਹਾਸ ਬਾਰੇ ਜਿਹੜਾ ਨਾ ਉਹ ਘੱਟ ਤੋਂ ਘੱਟ ਪੜ੍ਹਿਆ ਜਾਏ। ਉੱਥੇ ਭੁਲੇਖਾ ਪਾਉਣ ਵਾਲੇ ਜ਼ਿਆਦੇ ਨੇ। ਸੋਸ਼ਲ ਮੀਡੀਆ ਦੇ ਉੱਪਰ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ 19 ਤਰੀਕ ਨੂੰ ਮਨਾ ਲਿਆ ਗਿਆ, 19 ਅਗਸਤ ਨੂੰ, ਤੇ ਸੰਪੂਰਨਤਾ ਦਿਵਸ ਜਿਹੜਾ ਹੈ ਉਹ ਅੱਜ ਬਾਅਦ ਵਿੱਚ ਮਨਾ ਰਹੇ ਨੇ। ਕਹਿੰਦੇ ਇਹ ਪੋਸੀਬਲ ਕਿਵੇਂ ਹੋ ਸਕਦਾ ਹੈ ਕਿ ਪ੍ਰਕਾਸ਼ ਪਹਿਲਾਂ ਹੋ ਜਾਏ ਤੇ ਸੰਪੂਰਨਤਾ ਬਾਅਦ ਵਿੱਚ ਹੋਏ। ਇਹ ਮੈਂ ਡਾਊਟ ਥੋੜਾ ਜਿਹਾ ਬਾਹਰ ਕੱਢ ਦਿਆਂ। ਉਹ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਹਰਿਮੰਦਰ ਸਾਹਿਬ ਦੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਹੋਇਆ, ਤੇ ਜਿਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ ਗੁਰੂ ਅਰਜਨ ਸਾਹਿਬ ਜੀ ਦੇ ਵੱਲੋਂ, ਉਹ ਹੈ ਪੁਰਬ ਹੈ। ਇਹ ਜਿਹੜਾ ਸੰਪੂਰਨਤਾ ਦਿਵਸ ਹੈ, ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਮਦਮਾ ਸਾਹਿਬ, ਤਲਵੰਡੀ ਸਾਬੋ ਜੀ ਦਾ ਨਾਮ ਹੈ, ਉਸ ਨਗਰ ਦੇ ਅੰਦਰ ਪਹੁੰਚੇ, ਉੱਥੇ ਦਮ ਲਿਆ ਤੇ ਨਾਮ ਦਮਦਮਾ ਸਾਹਿਬ ਉਸ ਧਰਤੀ ਦਾ ਪੈ ਗਿਆ। ਅਸਲ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ 9 ਮਹੀਨੇ ਦੇ ਕਰੀਬ, ਇਹ ਤੋਂ ਥੋੜਾ ਜਿਹਾ ਵੱਧ ਸਮਾਂ ਗੁਰੂ ਸਾਹਿਬ ਉੱਥੇ ਰੁਕੇ ਨੇ। ਡੱਲਾ ਗੁਰੂ ਸਾਹਿਬ ਦਾ ਸਿੱਖ ਸੀ ਉੱਥੇ ਹੀ, ਜਿਹੜਾ ਬੜੇ ਪਿਆਰ ਵਾਲਾ ਸੀ, ਉਹਦੀ ਪ੍ਰੀਖਿਆ ਵੀ ਲਈ, ਬੜਾ ਇਤਿਹਾਸ ਆਪਾਂ ਸੁਣਿਆ ਹੈ। ਇਸੇ ਜਗ੍ਹਾ ਤੇ ਹੀ ਸਾਡੇ ਇਤਿਹਾਸਕਾਰਾਂ ਨੇ ਆਖਿਆ ਕਿ ਇੱਕ ਦਿਨ ਗੁਰੂ ਸਾਹਿਬ ਨੇ ਧੀਰ ਮੱਲੀਆਂ ਨੂੰ ਇਹ ਸੁਨੇਹਾ ਭੇਜਿਆ ਸੀ ਕਿ ਸਾਨੂੰ ਜਿਹੜੀ ਪੋਥੀ ਸਾਹਿਬ ਹੈ ਨਾ, ਜਿਹਦਾ ਪਹਿਲਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਕੀਤਾ ਗਿਆ, ਕਿਉਂਕਿ ਉਹ ਧੀਰ ਮੱਲੀਆਂ ਦੇ ਕੋਲ ਸੀ,
ਕਰਤਾਰਪੁਰ ਜਿਹੜਾ ਜਲੰਧਰ ਦੇ ਨਾਲ ਹੈ, ਉਸ ਕਰਤਾਰਪੁਰ ਸਿੱਖਾਂ ਨੂੰ ਭੇਜਿਆ ਕਿ ਜਾਓ ਉਹ ਬੀੜ ਜਿਹੜੀ ਉਹ ਪੋਥੀ ਸਾਹਿਬ ਲੈ ਕੇ ਆਓ ਤੇ ਅਸੀਂ ਉਹਦੇ ਅੰਦਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਨੂੰ ਦਰਜ ਕਰਨਾ ਹੈ। ਸਿੱਖ ਜਿਹੜੇ ਸਨ ਉਹ ਗਏ ਤੇ ਸਿੱਖਾਂ ਨੇ ਜਦੋਂ ਧੀਰਮੱਲੀਆਂ ਤੋਂ ਜਾ ਕੇ ਉਹ ਬੀੜ ਮੰਗੀ ਤੇ ਸਾਡੇ ਇਤਿਹਾਸਕਾਰਾਂ ਨੇ ਲਿਖਿਆ, ਕਹਿੰਦੇ ਹੋਇਆ ਕਿ ਉਹਨਾਂ ਨੇ ਅੱਗੋਂ ਬੋਲ ਕਹਿ ਦਿੱਤੇ। ਉਹਨਾਂ ਆਖਿਆ ਕਿ ਜੇ ਆਪ ਗੁਰੂ ਏ ਤੇ ਆਪ ਇਹਨੂੰ ਲਿਖ ਕਿਉਂ ਨਹੀਂ ਲੈਂਦਾ, ਇਹਨੂੰ ਆਪ ਲਿਖ ਲਵੇ, ਜੇ ਆਪ ਗੁਰੂ ਏ ਆਪ ਬਾਣੀ ਉਚਾਰ ਲਵੇ। ਕੁਝ ਹੋਰ ਕਾਰਨ ਵੀ ਦੱਸੇ ਗਏ। ਖੈਰ ਉਸੇ ਜਗ੍ਹਾ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਫਿਰ ਗੁਰੂ ਸਾਹਿਬ ਨੇ ਸੱਚਮੁੱਚ ਬੜੀਆਂ ਰਹਿਮਤਾਂ ਕੀਤੀਆਂ। ਭਾਈ ਮਨੀ ਸਿੰਘ ਸਤਿਗੁਰਾਂ ਦੇ ਨਾਲ ਸਨ। ਕੁਝ ਇਤਿਹਾਸਕਾਰਾਂ ਨੇ ਆਖਿਆ ਕਿ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬੁਲਾਇਆ ਗਿਆ। ਜ਼ਿਆਦਾਤਰ ਇਤਿਹਾਸਕਾਰ ਇਸੇ ਗੱਲ ਨੂੰ ਹੀ ਮੰਨਦੇ ਨੇ ਕਿ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਥੇ ਬੁਲਾਇਆ ਗਿਆ। ਜਦੋਂ ਗੁਰੂ ਸਾਹਿਬ ਨੇ ਮਨੋਰਥ ਦੱਸਿਆ ਨਾ, ਮੰਤਵ ਕੀ ਹੈ, ਕਿਉਂ ਤੈਨੂੰ ਬੁਲਾਇਆ ਗਿਆ, ਦੱਸਿਆ ਕਿ ਆਪਾਂ ਜਿਹੜੀ ਬਾਣੀ ਦੀ ਬੀੜ ਹੈ ਉਹਦੀ ਰਚਨਾ ਕਰਨੀ ਹੈ। ਤੇ ਭਾਈ ਮਨੀ ਸਿੰਘ ਦੇ ਬੋਲ ਸਨ ਕਿ ਸੱਚੇ ਪਾਤਸ਼ਾਹ ਜੇ ਤੁਹਾਡੀ ਰਹਿਮਤ ਹੋਵੇ ਤੇ ਬਾਬਾ ਦੀਪ ਸਿੰਘ ਜੀ ਨੂੰ ਵੀ ਸੱਦ ਲਿਆ ਜਾਏ, ਕਿ ਬਾਬਾ ਦੀਪ ਸਿੰਘ ਜੀ ਆਪ ਤੁਸੀਂ ਲਿਖਾਓਗੇ, ਮੈਂ ਲਿਖਾਂਗਾ, ਤੇ ਬਾਬਾ ਦੀਪ ਸਿੰਘ ਜੀ ਜਿਹੜੇ ਨੇ ਇਹਦੇ ਹੋਰ ਉਤਾਰੇ ਜਿਹੜੇ ਉਹ ਕਰ ਲੈਣਗੇ। ਇੱਕ ਤੋਂ ਵੱਧ ਜਿਹੜੇ ਨੇ ਉਹ ਸਰੂਪ ਜਿਹੜੇ ਨੇ ਉਹ ਬੀੜਾਂ ਬਣ ਜਾਣਗੀਆਂ। ਇਹਨੂੰ ਇੱਕ ਹੋਰ ਮੈਂ ਆਪ ਜੀ ਦੀ ਨੌਲੇਜ ਵਾਸਤੇ ਦੱਸ ਦਿਆਂ ਕਿ ਇਹਨੂੰ ਦਮਦਮਾ ਸਾਹਿਬ ਦੀ ਦਮਦਮੀ ਬੀੜ ਇਹਨੂੰ ਕਿਹਾ ਜਾਂਦਾ ਹੈ, ਦਮਦਮੀ ਬੀੜ। ਅੱਜ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਦੇ ਹਾਂ ਨਾ, ਤੇ ਬਿਲਕੁਲ ਸ਼ੁਰੂ ਵਿੱਚ ਜਿਲਦ ਤੋਂ ਅਗਲਾ ਜਿਹੜਾ ਪੱਤਰਾ ਹੈ ਥੋੜਾ ਜਿਹਾ ਮੋਟਾ ਹੁੰਦਾ, ਉਹਦੇ ਉੱਪਰ ਲਿਖਿਆ ਮਿਲਦਾ ਹੈ ਕਿ ਇਸ ਬੀੜ ਦੀ ਸੁਧਾਈ ਦਮਦਮਾ ਸਾਹਿਬ ਵਾਲੀ ਉਸ ਬੀੜ ਨਾਲ ਕੀਤੀ ਗਈ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ ਸੀ। ਸੁਧਾਈ ਭਾਵ ਉਸੇ ਬੀੜ ਨਾਲ ਬਿਲਕੁਲ ਹੂਬਹੂ। ਹੁਣ ਜਦੋਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਵੀ ਆ ਗਏ, ਬਾਬਾ ਦੀਪ ਸਿੰਘ ਜੀ ਨੂੰ ਵੀ ਸੱਦ ਲਿਆ ਗਿਆ। ਉੱਥੇ ਫਿਰ ਸਾਡੇ ਇਤਿਹਾਸਕਾਰਾਂ ਨੇ ਲਿਖਿਆ, ਕਹਿੰਦੇ ਅਬ ਦਰਬਾਰ ਦਮਦਮਾ ਹੈ ਜਹਾਂ, ਜਿੱਥੇ ਹੁਣ ਦਰਬਾਰ ਸਾਹਿਬ ਹੈ ਨਾ ਦਮਦਮਾ, ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਏ ਕੈ ਗੁਰ ਤਹਾਂ। ਉਸ ਜਗ੍ਹਾ ਤੇ ਗੁਰੂ ਸਾਹਿਬ ਨੇ ਇੱਕ ਤੰਬੂ ਲਵਾਇਆ ਉਸੇ ਜਗ੍ਹਾ ਤੇ। ਉਹ ਮੈਂ ਦੱਸਦਾ ਕਿ ਬਾਬਾ ਦੀਪ ਸਿੰਘ ਜੀ ਵਾਲਾ ਸਥਾਨ ਕਿਹੜਾ ਹੈ ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਜਿੱਥੇ ਅੱਜ ਦਮਦਮਾ ਸਾਹਿਬ ਹੈ ਨਾ, ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਏ ਕੈ ਗੁਰ ਤਹਾਂ, ਉਸ ਜਗ੍ਹਾ ਤੇ ਇੱਕ ਤੰਬੂ ਲਗਵਾ ਲਿਆ ਗੁਰੂ ਸਾਹਿਬ ਨੇ। ਸ਼ਾਂਤੀ ਸੀ ਬੜੀ, ਇੱਥੇ ਹਰਿਆਵਲ ਬੜੀ ਸੀ ਇਸ ਜਗ੍ਹਾ ਤੇ, ਆਸੇ ਪਾਸੇ ਬਾਗ ਸਨ। ਕਿਸੇ ਤਰ੍ਹਾਂ ਦਾ ਜਿਵੇਂ ਅਸੀਂ ਅੱਜ ਦੇ ਸਮੇਂ ਕਹਿ ਦਿੰਦੇ ਰੌਲਾ ਰੱਪਾ ਇਹ ਉੱਥੇ ਨਹੀਂ ਸੀ। ਫਿਰ ਉਸ ਜਦੋਂ ਤੰਬੂ ਲਗਾਇਆ ਉਸ ਤੋਂ ਬਾਅਦ ਮਨੀ ਸਿੰਘ ਕੋ ਲਿਖਣ ਬਿਠਾ ਕੇ, ਮਨੀ ਸਿੰਘ ਨੂੰ ਲਿਖਣ ਲਈ ਸਤਿਗੁਰਾਂ ਨੇ ਆਪਣੇ ਸਾਹਮਣੇ ਬਿਠਾ ਲਿਆ। ਫਿਰ ਗੁਰੂ ਨਾਨਕ ਕਾ ਧਿਆਨ ਧਰੈ ਕੈ, ਇਹ ਸ਼ਬਦ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਲਈ ਨੇ ਕਿ ਗੁਰੂ ਨਾਨਕ ਸਾਹਿਬ ਦਾ ਧਿਆਨ ਉਹਨਾਂ ਮਨ ਵਿੱਚ ਧਾਰਿਆ, ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ। ਕਾਰਜ ਬੜਾ ਵੱਡਾ ਹੈ ਤੇ ਤੁਸੀਂ ਆਪਣੀਆਂ ਰਹਿਮਤਾਂ ਦੇ ਨਾਲ ਇਹਨੂੰ ਸੰਪੂਰਨ ਕਰਾਉਣਾ ਹੈ। ਕਿ ਗੁਰੂ ਨਾਨਕ ਕਾ ਧਿਆਨ ਧਰੈ ਕੈ, ਗੁਰੂ ਨਾਨਕ ਸਾਹਿਬ ਦਾ ਧਿਆਨ ਮਨ ਦੇ ਅੰਦਰ ਧਾਰ ਕੇ, ਕਹਿੰਦੇ ਨਿਤ ਪ੍ਰਤੀ ਗੁਰੂ ਨਿਤ ਪ੍ਰਤ ਗੁਰੂ ਉਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੇ। ਜਿਵੇਂ ਗੁਰੂ ਸਾਹਿਬ ਉਸ ਬਾਣੀ ਨੂੰ ਉਚਾਰਦੇ ਜਾ ਰਹੇ ਨੇ। ਵੇਖੋ ਸਾਡਾ ਇਤਿਹਾਸਕਾਰ ਕਹਿੰਦਾ ਬਾਣੀ ਉਚਾਰੀ ਜੈਸੇ, ਉਚਾਰੀ ਜਿਵੇਂ ਭਗਤਾਂ ਨੇ ਗੁਰੂ ਸਾਹਿਬਾਂ ਨੇ ਉਚਾਰੀ, ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜ਼ੁਬਾਨੀ ਉਹ ਬਾਣੀ ਉਚਾਰ ਰਹੇ ਨੇ। ਤੇ ਮਨੀ ਸਿੰਘ ਜਿਹੜੇ ਨੇ ਉਹਨੂੰ ਉਸੇ ਤਰ੍ਹਾਂ ਹੂਬਹੂ ਜਿਹੜਾ ਉਹ ਲਿਖਦੇ ਜਾ ਰਹੇ ਨੇ। ਉਹਨੂੰ ਕੋਈ ਵੀ ਉਹਦੇ ਵਿੱਚ ਜਿਹੜਾ ਹੈ ਉਹ ਫਰਕ ਨਹੀਂ, ਕੋਈ ਅੰਤਰ ਨਹੀਂ। ਜਿਵੇਂ ਕਹਿੰਦੇ ਉਹਨਾਂ ਨੇ ਉਹ ਲਿਖਾ ਰਹੇ ਨੇ, ਉਸੇ ਤਰ੍ਹਾਂ ਭਾਈ ਮਨੀ ਸਿੰਘ ਜਿਹੜੇ ਨੇ ਉਸ ਬਾਣੀ ਨੂੰ ਲਿਖਦੇ ਜਾ ਰਹੇ ਨੇ। ਹੁਣ ਧਿਆਨ ਨਾਲ ਸੁਣਿਓ ਕਿ ਜਿਵੇਂ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਬਾਣੀ ਆਈ। ਉਪਰੰਤ ਇਹਨਾਂ ਬਾਣੀ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਸੋਦਰ ਤੋਂ ਬਾਅਦ, ਸੋਹਿਲੇ ਤੋਂ ਬਾਅਦ ਰਾਗ ਆਰੰਭ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪੋਥੀ ਸਾਹਿਬ ਪਹਿਲੀ ਬੀੜ ਜਿਹੜੀ ਬਣਾਈ ਗਈ ਨਾ, ਉਹਦੇ ਵਿੱਚ ਤਬਦੀਲੀਆਂ ਨਹੀਂ ਕੀਤੀਆਂ। ਜੇ ਅਸੀਂ ਕਹੀਏ ਕਿ ਕੋਈ ਤਬਦੀਲੀਆਂ ਕੀਤੀਆਂ ਜਾਂ ਵੱਖਰਾ ਕੁਝ ਕਰ ਦਿੱਤਾ, ਇਸ ਤਰ੍ਹਾਂ ਨਹੀਂ ਹੋਇਆ। ਉਹਨਾਂ ਨੇ ਬਿਲਕੁਲ ਹੂਬਹੂ ਉਸੇ ਤਰ੍ਹਾਂ ਹੀ ਉਸ ਬਾਣੀ ਨੂੰ ਉਸੇ ਸੀਰੀਅਲ ਦੇ ਹਿਸਾਬ ਨਾਲ, ਉਸੇ
ਤਰਤੀਬ ਦੇ ਹਿਸਾਬ ਨਾਲ ਲਿਖਵਾਉਂਦੇ ਗਏ। ਕਿੰਨੀ ਕਮਾਲ ਦੀ ਗੱਲ, ਜ਼ੁਬਾਨੀ ਲਿਖਾ ਰਹੇ ਨੇ, ਇੱਕ ਇੱਕ ਅੱਖਰ, ਇੱਕ ਇੱਕ ਲੱਗ, ਇੱਕ ਮਾਤਰ, ਇੱਕ ਔਂਕੜ ਤੱਕ ਦਾ ਵੀ ਫਰਕ ਨਹੀਂ ਪੈਣ ਦਿੱਤਾ ਜਾ ਰਿਹਾ। ਉਸੇ ਤਰ੍ਹਾਂ ਹੀ ਲਿਖਵਾਉਂਦੇ ਜਾ ਰਹੇ ਨੇ ਗੁਰੂ ਸਾਹਿਬ। ਉਸ ਤੋਂ ਬਾਅਦ ਜਿੱਥੇ ਜਿਵੇਂ ਹੁਣ ਰਾਗ ਨੇ, ਕਿਉਂਕਿ ਗੁਰੂ, ਮੈਂ ਪਹਿਲਾਂ ਇੱਕ ਥੋੜਾ ਜਿਹਾ ਹੋਰ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੰਦਾ ਜਾਵਾਂ ਕਿ ਜਦੋਂ ਅਸੀਂ ਰਾਗ ਆਧਾਰਿਤ ਬਾਣੀ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਦੇ ਵਿੱਚ ਹੈ। 19 ਰਾਗਾਂ ਵਿੱਚ, ਕਿਉਂਕਿ ਜਿਹੜੀ ਪਹਿਲੀ ਪੋਥੀ ਸੀ ਨਾ, ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੀ ਬੀੜ ਬੰਨੀ, ਉਹਦੇ ਵਿੱਚ 30 ਰਾਗ ਸਨ, ਇਹਦੇ ਵਿੱਚ 31 ਰਾਗ, ਜਿਹਦਾ ਅੱਜ ਸੰਪੂਰਨਤਾ ਦਿਵਸ ਹੈ, ਜਿਹਨੂੰ ਗੁਰਤਾ ਗੱਦੀ ਦਿੱਤੀ ਗਈ। ਇਹਦੇ ਵਿੱਚ 31 ਰਾਗ ਨੇ ਤੇ 31ਵਾਂ ਰਾਗ ਜਿਹੜਾ ਹੈ ਉਹ ਜੈਜਾਵੰਤੀ, ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਉਹਦੇ ਅੰਦਰ, ਬਾਣੀ ਉਹਨਾਂ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਦੇ 19 ਰਾਗ ਨੇ ਇਹਦੇ ਅੰਦਰ। ਗੁਰੂ ਅੰਗਦ ਪਾਤਸ਼ਾਹ ਜੀ ਦੇ 63 ਸ਼ਲੋਕ ਨੇ। ਗੁਰੂ ਨਾਨਕ ਸਾਹਿਬ ਦੀ 19 ਰਾਗਾਂ ਵਿੱਚ ਬਾਣੀ, ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਨੇ। ਇਤਿਹਾਸਕਾਰ ਕਹਿੰਦੇ ਨੇ ਪਹਿਲਾ ਸ਼ਲੋਕ ਹੈ, ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਉਹਨਾਂ ਨੇ ਉਚਾਰਿਆ ਸੀ। 63 ਸ਼ਲੋਕ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ 17 ਰਾਗਾਂ ਵਿੱਚ ਬਾਣੀ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ 30 ਰਾਗਾਂ ਵਿੱਚ, ਤੇ ਗੁਰੂ ਅਰਜਨ ਸਾਹਿਬ ਜੀ ਦੀ ਵੀ 30 ਰਾਗਾਂ ਵਿੱਚ ਬਾਣੀ ਹੈ। ਟੋਟਲ ਜਿੰਨੇ ਵੀ ਉਸ ਬੀੜ ਵਿੱਚ ਰਾਗ ਸਨ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਚਾਰ ਰਹੇ ਨੇ, ਭਾਈ ਮਨੀ ਸਿੰਘ ਜੀ ਲਿਖ ਰਹੇ ਨੇ, ਤੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜਿਵੇਂ ਤਰਤੀਬ ਸੀ ਉਵੇਂ ਹੀ ਪਹਿਲਾਂ ਪਹਿਲੇ ਪਾਤਸ਼ਾਹ ਜੀ ਦੀ ਬਾਣੀ, ਫਿਰ ਤੀਸਰੇ ਪਾਤਸ਼ਾਹ, ਫਿਰ ਚੌਥੇ ਪਾਤਸ਼ਾਹ, ਫਿਰ ਪੰਜਵੇਂ ਪਾਤਸ਼ਾਹ, ਉਸ ਤੋਂ ਬਾਅਦ ਜਿਹੜੇ ਆ ਨਾ ਫਿਰ 9ਵੇਂ ਪਾਤਸ਼ਾਹ ਜੀ ਦੀ ਜਿਹੜੇ ਸ਼ਬਦ ਨੇ ਉਹ ਦਰਜ ਕੀਤੇ ਗਏ ਉਸ ਤੋਂ ਬਾਅਦ ਜਾ ਕੇ। ਕਿਉਂਕਿ 15 ਰਾਗਾਂ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਈ। ਤਰਤੀਬ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਗਈ। ਪਹਿਲਾਂ ਗੁਰੂ ਨਾਨਕ ਸਾਹਿਬ ਦੇ ਹੀ ਨੇ, ਗੁਰੂ ਤੇਗ ਬਹਾਦਰ, ਵਾਹਿਗੁਰੂ, ਗੁਰੂ ਅੰਗਦ ਸਾਹਿਬ ਦੇ ਇਕੱਲੇ ਸ਼ਲੋਕ ਹੀ ਨੇ, ਇਸ ਕਰਕੇ। ਉਸ ਤੋਂ ਬਾਅਦ ਤੀਸਰੇ ਪਾਤਸ਼ਾਹ ਦੇ ਸ਼ਬਦ, ਫਿਰ ਚੌਥੇ ਪਾਤਸ਼ਾਹ ਦੇ, ਫਿਰ ਪੰਜਵੇਂ ਪਾਤਸ਼ਾਹ ਦੇ, ਫਿਰ 9ਵੇਂ ਪਾਤਸ਼ਾਹ ਦੇ ਸ਼ਬਦ। ਹਰ 15 ਰਾਗਾਂ ਦੀ ਤਰਤੀਬ ਬਿਲਕੁਲ ਇਸੇ ਤਰ੍ਹਾਂ, ਜਿਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਨੇ। ਫਿਰ ਜੈਜਾਵੰਤੀ ਜਿਹੜਾ ਉਹ ਨਵਾਂ ਰਾਗ 31ਵੇਂ ਨੰਬਰ ਤੇ ਅਖੀਰ ਤੇ ਜਾ ਕੇ ਗੁਰੂ ਸਾਹਿਬ ਨੇ ਦਰਜ ਕੀਤਾ, ਜਿਹਦੇ ਅੰਦਰ ਜੈਜਾਵੰਤੀ ਰਾਗ ਏ, ਬੀਤ ਜਾ ਹੈ ਬੀਤ ਜਾ ਹੈ ਪਹਿਲਾ ਸ਼ਬਦ ਹੈ ਇਹਦੇ ਅੰਦਰ। ਤੇ ਇਹ 31ਵੇਂ ਨੰਬਰ ਤੇ ਜਾ ਕੇ ਇਹ ਜੈਜਾਵੰਤੀ ਜਿਹੜਾ ਰਾਗ ਉਹ ਸਤਿਗੁਰਾਂ ਨੇ ਦਰਜ ਕੀਤਾ। ਹੁਣ ਜਦੋਂ ਗੁਰੂ ਸਾਹਿਬ ਬਾਣੀ ਲਿਖਾ ਰਹੇ ਨੇ ਨਾ, ਭਾਈ ਮਨੀ ਸਿੰਘ ਲਿਖ ਰਹੇ ਨੇ, ਸਾਰਾ ਦਿਨ ਇਹ ਕਾਰਜ ਚੱਲਦਾ ਹੈ। ਗੁਰੂ ਸਾਹਿਬ ਲਿਖਾਉਂਦੇ ਨੇ, ਭਾਈ ਮਨੀ ਸਿੰਘ ਲਿਖਦੇ ਨੇ ਸਾਰਾ ਦਿਨ, ਤੇ ਉਸ ਤੋਂ ਬਾਅਦ ਜੋ ਲਿਖਿਆ ਜਾਂਦਾ ਹੈ ਨਾ, ਉਹ ਸ਼ਾਮ ਨੂੰ ਬਾਬਾ ਦੀਪ ਸਿੰਘ ਜੀ ਨੂੰ ਦੇ ਦਿੱਤਾ ਜਾਂਦਾ ਹੈ। ਬੜੀ ਮਿਹਨਤ ਸੀ ਬਾਬਾ ਦੀਪ ਸਿੰਘ ਜੀ ਦੀ। ਜਿਹੜਾ ਹੁਣ ਸਥਾਨ ਹੈ ਨਾ ਦਮਦਮਾ ਸਾਹਿਬ, ਜਿਹੜਾ ਥੱਲੇ ਭੋਰਾ ਬਣਿਆ, ਅਸੀਂ ਦਰਸ਼ਨ ਕਰਦੇ ਹਾਂ, ਬੜੇ ਕਮਾਲ ਦਾ ਸਥਾਨ ਹੈ। ਤੁਸੀਂ ਉੱਥੇ ਬੈਠ ਕੇ ਚੰਗੀ ਤਰ੍ਹਾਂ ਦੇਖੋਗੇ ਤੇ ਘੜਾ ਰੱਖਣ ਨੂੰ ਜਗ੍ਹਾ, ਉੱਪਰੋਂ ਚਾਨਣ ਆਉਣ ਦੇ ਵਾਸਤੇ ਦੀਵੇ ਰੱਖਣ ਲਈ, ਉੱਥੇ ਕੋਈ ਕਿਸੇ ਤਰ੍ਹਾਂ ਦਾ ਵੀ ਤੰਗ ਪਰੇਸ਼ਾਨ ਨਹੀਂ ਕਰ ਸਕਦਾ। ਬੜੀ ਸ਼ਾਂਤੀ ਹੈ ਉਸ ਜਗ੍ਹਾ ਤੇ, ਜਿੱਥੇ ਬੈਠ ਕੇ ਬਾਬਾ ਦੀਪ ਸਿੰਘ ਫਿਰ ਉਹਦੇ ਉਤਾਰੇ ਕਰਦੇ ਸਨ। ਜਿੰਨੇ ਅੰਗ ਲਿਖੇ ਜਾ ਰਹੇ ਸਨ ਉਹਨਾਂ ਦੇ ਰਾਤ ਨੂੰ ਉਤਾਰੇ ਕਰਨੇ। ਫਿਰ 1-2 ਨਹੀਂ, 4 ਉਤਾਰੇ ਜਿਹੜੇ ਨੇ ਉਹ ਬਾਬਾ ਦੀਪ ਸਿੰਘ ਜੀ ਨੇ ਨਾਲ ਨਾਲ ਕੀਤੇ। ਇੰਨੀ ਮਿਹਨਤ ਕੀਤੀ। 4 ਉਤਾਰੇ ਦਾ ਭਾਵ 4 ਹੋਰ ਬੀੜਾਂ ਨਾਲ ਬਾਬਾ ਦੀਪ ਸਿੰਘ ਜੀ ਨੇ ਲਿਖੀਆਂ। ਇੰਨੀ ਮਿਹਨਤ ਸੀ ਉਹਨਾਂ ਦੀ। ਅਸੀਂ ਉਹਨਾਂ ਦੀ ਸ਼ਹੀਦੀ ਬਾਰੇ ਹੀ ਦੇਖਦੇ ਹਾਂ, ਉਹਨਾਂ ਦੀ ਬਾਣੀ। ਦੂਜੀ ਗੱਲ ਇਹ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਵੀ ਇਹਨਾਂ ਸ਼ਰਵਣ ਕੀਤੀ। ਭਾਈ ਮਨੀ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਨੇ, ਇੰਨੀਆਂ ਰਹਿਮਤਾਂ ਇਹਨਾਂ ਦੇ ਉੱਪਰ ਸਨ। ਭਾਈ ਗੁਰੂ ਸਾਹਿਬ ਲਿਖਵਾ ਰਹੇ ਨੇ, ਭਾਈ ਮਨੀ ਸਿੰਘ ਲਿਖ ਰਹੇ ਨੇ, ਤੇ ਰਾਤ ਨੂੰ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਉਤਾਰਾ ਕਰ ਰਹੇ ਨੇ। ਤੇ ਅੱਜ ਦੇ ਦਿਨ ਹੀ ਫਿਰ ਉਹ ਜਿਹੜਾ ਹੈ ਉਸ ਬੀੜ ਦੀ ਸੰਪੂਰਨਤਾ ਹੋਈ। ਅੱਜ ਦੇ ਦਿਨ ਹੀ ਤਾਂ ਜਿਹੜਾ ਸ਼ਬਦ ਲਿਖਿਆ ਜਾਂਦਾ ਨਾ, ਗੁਰੂ ਗ੍ਰੰਥ ਸਾਹਿਬ ਦਾ ਅੱਜ ਸੰਪੂਰਨਤਾ ਦਿਵਸ ਹੈ। ਅੱਜ ਦੇ ਦਿਨ ਉਹ ਸੰਪੂਰਨ ਹੋਈ। ਫਿਰ ਕੁਝ ਇਤਿਹਾਸਕਾਰਾਂ ਨੇ ਆਖਿਆ, ਕਹਿੰਦੇ ਵੀ ਜਦੋਂ ਸ਼ਾਹੀ ਵੀ ਵੱਧ ਗਈ, ਕਲਮਾਂ ਵੀ ਵੱਧ ਗਈਆਂ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਅੰਦਰ ਇਹਦਾ ਜ਼ਿਕਰ ਹੈ। ਬੜੇ ਕਮਾਲ ਦਾ ਗੁਰੂ ਕਾਸ਼ੀ ਦਾ ਵਰਦਾਨ ਜਦੋਂ ਇਹਨੂੰ ਦਿੱਤਾ ਗਿਆ, ਕਹਿੰਦੇ ਉਹ ਕਲਮਾਂ ਤੇ ਜਿਹੜੀ ਸ਼ਾਹੀ ਸੀ ਵੱਧ ਗਈ। ਉਹ ਲਿਖਣ ਸਾਰ ਜਿਹੜਾ ਉੱਥੇ ਸਰੋਵਰ ਵਿੱਚ ਕਈਆਂ ਨੇ ਆਖਿਆ ਪਾ ਦਿੱਤੀ ਗਈ, ਕਈਆਂ ਨੇ ਆਖਿਆ ਉੱਥੇ ਰੱਖ ਦਿੱਤੇ ਗਏ। ਉਹਦੇ ਬਾਰੇ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਬੜਾ ਖੂਬ ਲਿਖਿਆ ਹੈ। ਕਹਿੰਦੇ ਇਹ ਹੈ ਪ੍ਰਗਟ ਹਮਾਰੀ ਕਾਸ਼ੀ। ਗੁਰੂ ਸਾਹਿਬ ਦੇ ਬੋਲ ਸਨ ਦਮਦਮਾ ਸਾਹਿਬ ਲਈ, ਕਿਉਂਕਿ ਪੰਡਤਾਂ ਵਾਸਤੇ ਕਾਸ਼ੀ ਜਿਹੜੀ ਹੈ ਉਹ ਬੜਾ ਵੱਡਾ ਸਥਾਨ ਹੈ। ਉੱਥੇ ਵਿਦਵਤਾ ਹੈ, ਉੱਥੇ ਵਿਦਵਾਨ ਨੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਇਹ ਹੈ ਪ੍ਰਗਟ ਦਮਦਮਾ ਸਾਹਿਬ ਨੂੰ, ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ ਹੈ ਇਹਾਂ ਢੋਰ ਮਤ ਰਾਸੀ। ਢੋਰ ਮਤ, ਪਸ਼ੂ ਮਤ ਵਾਲਾ ਜਿਹੜਾ ਬੰਦਾ ਹੈ ਨਾ, ਉਹ ਵੀ ਇੱਥੇ ਆ ਕੇ ਪੜ ਜਾਏਗਾ।
ਉਹਨੂੰ ਵੀ ਮੱਤ ਆ ਜਾਏਗੀ, ਉਹਨੂੰ ਵੀ ਪੜ੍ਹਨਾ ਲਿਖਣਾ ਆ ਜਾਏਗਾ। ਲੇਖਕ ਗੁਣੀ ਗੋਬਿੰਦ ਗਿਆਨੀ ਬੁੱਧ ਸਿੰਧ ਹੈ ਇਤ ਆਨੀ, ਤਿਨਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮ ਡਾਰ, ਸਿੱਖ ਸਿਖਾ ਇਤ ਪੜ੍ਹੇ ਗਏ ਹਮਰੇ ਕਈ ਹਜ਼ਾਰ। ਇੱਥੇ ਕਈ ਹਜ਼ਾਰ ਸਾਡੇ ਸਿੱਖ ਸੰਗਤ ਪੜ੍ਹਨਗੇ। ਅੱਜ ਵੀ ਲਿਖਣਸਰ ਗੁਰਦੁਆਰੇ ਸਾਹਿਬ ਉੱਥੇ ਜਾਂਦੇ ਆ ਨਾ, ਤੇ ਕੋਈ ਰੇਤ ਤੇ ਲਿਖਦੇ ਨੇ, ਕੁਝ ਉੱਥੇ ਜਿਹੜੀ ਸਾਡੀ 35 ਹੈ ਊੜਾ ਐੜਾ ਜਿਹੜਾ ਲਿਖ ਕੇ ਆਉਂਦੇ ਨੇ। ਇੱਕ ਭਾਵਨਾ ਹੈ, ਇੱਕ ਪ੍ਰੇਮ ਹੈ ਸਾਡਾ। ਉਸ ਤੋਂ ਬਾਅਦ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਸਮਾਪਤੀ ਵਾਲੇ ਪਾਸੇ ਆਵਾਂ। 6 ਗੁਰੂ ਸਾਹਿਬਾਨਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ, 15 ਭਗਤਾਂ ਦੀ, 11 ਭੱਟਾਂ ਦੀ, ਤੇ ਕਈ 3 ਗੁਰਸਿੱਖ ਕਹਿੰਦੇ ਨੇ, ਕਈ 4, ਕਿਉਂਕਿ ਕਈ ਮਰਦਾਨੇ ਤੇ ਡਾਊਟ ਰੱਖਦੇ ਨੇ ਕਿ ਉੱਥੇ ਮਰਦਾਨਾ ਮਹੱਲਾ ਪਹਿਲਾ ਸ਼ਬਦ ਜੋ ਵਰਤਿਆ ਗਿਆ ਹੈ। ਖੈਰ 4 ਗੁਰਸਿੱਖਾਂ ਦੀ ਬਾਣੀ ਇਹਦੇ ਅੰਦਰ ਦਰਜ ਹੈ। ਉਸ ਤੋਂ ਉਪਰੰਤ ਮੈਂ ਪੈਨ ਤੇ ਕਾਪੀ ਆਪਣੇ ਕੋਲ ਰੱਖਿਓ। ਹੁਣ ਮੈਂ ਥੋੜਾ ਜਿਹਾ ਤੁਹਾਨੂੰ ਡਿਟੇਲ ਦੇ ਕੇ ਸਮਾਪਤੀ ਵਾਲੇ ਪਾਸੇ ਜਾਣਾ ਹੈ। ਜਦੋਂ ਇਹਦੇ ਅੰਦਰਲੇ ਵਰਡ ਅਸੀਂ ਪੜ੍ਹਦੇ ਹਾਂ ਨਾ, ਜਿਹੜੇ ਪ੍ਰਮਾਤਮਾ ਲਈ ਸ਼ਬਦ ਵਰਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਹਰ ਸ਼ਬਦ ਜਿਹੜਾ ਹੈ ਨਾ, ਹਰ ਹਰੀ ਲਈ ਹਾਹਾ ਰਾਰੇ ਨੂੰ ਸਿਹਾਰੀ, ਉਹ 8344 ਵਾਰ ਆਇਆ ਹੈ। ਹੈਰਾਨੀ ਹੁੰਦੀ ਨਾ ਸੁਣ ਕੇ। 8344 ਹਰ ਸ਼ਬਦ ਹਾਹਾ ਰਾਰੇ ਨੂੰ ਸਿਹਾਰੀ, ਜਿਹਨੂੰ ਅਸੀਂ ਹਰੀ ਕਹਿ ਦਿੰਦੇ ਹਾਂ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਰ ਉਹ ਜਿਹੜਾ ਹੈ, ਹਰ ਭਾਵ ਹਰੀ। 8344 8344 ਵਾਰ ਹਰ ਸ਼ਬਦ ਆਇਆ ਪ੍ਰਮਾਤਮਾ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਰਾਮ ਜਿਹੜਾ ਹੈ ਉਹ 2533 ਵਾਰ 2533 2533 ਵਾਰ ਜਿਹੜਾ ਉਹ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਪ੍ਰਭੂ 1371 ਵਾਰ, ਗੋਪਾਲ 491 ਵਾਰ, ਗੋਬਿੰਦ 475, ਪ੍ਰਮਾਤਮਾ 324, ਕਰਤਾ ਪ੍ਰਮਾਤਮਾ ਲਈ ਸ਼ਬਦ ਆਇਆ 228 ਵਾਰ, ਠਾਕੁਰ 216 ਵਾਰ, ਦਾਤਾ ਜਿਹੜਾ ਹੈ ਉਹ 151 ਵਾਰ, ਪਰਮੇਸ਼ਰ 139 139 ਵਾਰ, ਮੁਰਾਰੀ ਜਿਹੜਾ ਪ੍ਰਮਾਤਮਾ ਲਈ 97 97 ਵਾਰ। ਉਸ ਤੋਂ ਬਾਅਦ ਨਾਰਾਇਣ 99 89 ਵਾਰ, ਅੰਤਰਜਾਮੀ ਸ਼ਬਦ 61, ਜਗਦੀਸ਼ 60 60 ਵਾਰ, ਸਤਨਾਮ ਜਿਹੜਾ ਹੈ 59, ਮੋਹਨ 54, ਅੱਲਾ ਸ਼ਬਦ ਜਿਹੜਾ ਹੈ ਨਾ ਵਾਹਿ ਪ੍ਰਮਾਤਮਾ ਵਾਸਤੇ, ਇਹ ਵੀ 46 ਵਾਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਉਸ ਤੋਂ ਬਾਅਦ ਭਗਵਾਨ ਜਿਹੜਾ ਹੈ ਉਹ 30 ਵਾਰ ਆਇਆ, ਨਿਰੰਕਾਰ 29 ਵਾਰ, ਵਾਹਿਗੁਰੂ ਜਿਹੜਾ ਹੈ ਨਾ, ਵਾਹਿਗੁਰੂ ਕਈਆਂ ਨੇ ਆਖਿਆ ਗੁਰੂ ਲਈ ਵਾਹਿਗੁਰੂ ਜਿਹੜਾ ਹੈ ਅਸਚਰਜ, ਉਹ ਗੁਰੂ ਲਈ ਵਰਤਿਆ ਗਿਆ। ਪ੍ਰਮਾਤਮਾ ਵਾਸਤੇ ਸ਼ਬਦ 13 ਵਾਰ ਆਇਆ ਹੈ, ਤੇ ਕ੍ਰਿਸ਼ਨ ਜਿਹੜਾ ਸ਼ਬਦ ਇਹ ਵੀ 22 ਵਾਰ ਖੈਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਤੇ ਇਹ ਹੋਰ ਇਸ ਤੋਂ ਵੱਧ ਵੀ ਖੈਰ ਬੜੀ ਨੌਲੇਜ ਹੈ, ਪਰ ਸਮਾਂ ਜਿਹੜਾ ਹੈ ਨਾ ਉਹ ਸਾਥ ਨਹੀਂ ਦਿੰਦਾ। ਵੈਸੇ ਹੀ ਮੇਰੇ ਖਿਆਲ 3 ਮਿੰਟ ਜਿਹੜੇ ਉਹ ਆਲਰੇਡੀ ਉੱਪਰ ਹੋ ਚੁੱਕੇ ਨੇ, ਤੇ ਸੋਦਰ ਦਾ ਸਮਾਂ ਵੀ ਜਿਹੜਾ ਉਹ ਹੋ ਜਾਂਦਾ ਹੈ ਛੇਤੀ। ਇਸ ਕਰਕੇ ਹੋਰ ਵੀ ਇਹਦੇ ਪ੍ਰਥਾਏ ਬੜਾ ਕੁਛ ਹੈ। ਤੇ ਹੁਣ ਮੈਂ ਇਹ ਬੇਨਤੀ ਕਰਕੇ ਸਮਾਪਤੀ ਕਰਾਂ ਕਿ ਇਹ ਉਹੀ ਬੀੜ ਹੈ ਜਿਹਨੂੰ ਫਿਰ ਗੁਰੂ ਸਾਹਿਬ ਆਪਣੇ ਨਾਲ ਲੈ ਕੇ ਗਏ, ਨਾਲ ਰੱਖਿਆ, ਹਜ਼ੂਰ ਸਾਹਿਬ ਦੀ ਧਰਤੀ ਤੱਕ ਨਾਲ ਲੈ ਕੇ ਗਏ ਇਸ ਬੀੜ ਨੂੰ। ਉੱਥੇ ਜਾ ਕੇ ਫਿਰ ਇਹਨੂੰ ਤਖਤ ਤੇ ਸੁਭਾਇਮਾਨ ਕਰਕੇ, ਪ੍ਰਕਾਸ਼ ਕਰਕੇ, ਤੇ ਇਸੇ ਬੀੜ ਨੂੰ ਜਿੱਦਾਂ ਅੱਜ ਸੰਪੂਰਨਤਾ ਦਿਵਸ ਹੈ ਨਾ, ਅੱਜ ਦਮਦਮਾ ਸਾਹਿਬ ਵਾਲੀ ਬੀੜ, ਇਸੇ ਬੀੜ ਨੂੰ 1708 ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਤੇ ਗਿਆਨੀ ਗਿਆਨ ਸਿੰਘ ਜੀ ਨੇ ਨਵੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ। ਉੱਥੇ ਗੁਰੂ ਸਾਹਿਬ ਨੇ ਇਹ ਬੋਲ ਕਹੇ ਸਨ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਜਿਹੜਾ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਇਹਦੇ ਸ਼ਬਦ ਵਿੱਚੋਂ ਖੋਜ ਲਵੇ। ਇਹ ਆਏ ਬੋਲ ਕਹੇ ਸਨ ਇਸੇ ਬੀੜ ਦੇ ਪ੍ਰਥਾਏ ਜਿਹਨੂੰ ਗੁਰਤਾ ਗੱਦੀ ਦਿੱਤੀ ਗਈ, ਉਸ ਬੀੜ ਦਾ ਅੱਜ ਸੰਪੂਰਨਤਾ ਦਿਵਸ ਹੈ। ਦੋਨਾਂ ਵਿੱਚ ਬੜਾ ਫਰਕ ਹੈ। ਉਹ ਬੀੜ ਜਿਹੜੀ ਜਿਹਦਾ ਪਹਿਲਾ ਪ੍ਰਕਾਸ਼ ਸੀ ਉਹਦੀ ਸੰਪੂਰਨਤਾ ਪਹਿਲਾਂ ਹੋਈ ਸੀ। ਇਹ ਜਿਹੜੀ ਬੀੜ ਹੈ ਇਹ ਦਮਦਮੀ ਬੀੜ ਜਿਹਨੂੰ ਗੁਰਤਾ ਗੱਦੀ ਮਿਲੀ, ਇਹਦੀ ਅੱਜ ਸੰਪੂਰਨਤਾ ਹੋਈ ਸੀ। ਸਤਿਗੁਰੂ ਰਹਿਮਤ ਕਰਨ। ਬੜਾ ਕੁਛ ਰਹਿ ਗਿਆ ਹੈ, ਸਮਾਂ ਫਿਰ ਉਸ ਹਿਸਾਬ ਨਾਲ ਹੀ ਵਿਚਾਰ ਕਰਨੀ ਪੈਂਦੀ ਹੈ। ਸੋ ਅੱਜ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ, ਤੇ ਮੈਂ ਬੇਨਤੀ ਕਰਾਂਗਾ ਭਾਈ ਲਖਵੀਰ ਸਿੰਘ ਜੀ ਨੂੰ ਕਿ ਆਪ ਜੀ ਦੇ ਮਾਈਕ ਔਨ ਕਰ ਦੇਣ, ਤੇ ਕਿਸੇ ਦਾ ਕੋਈ ਸਵਾਲ ਹੈ ਤੇ ਆਪ ਜੀ ਸਵਾਲ ਜਿਹੜਾ ਹੈ ਉਹ ਪੁੱਛ ਸਕਦੇ ਹੋ ਜੀ। ਇੱਕ ਸੈਕਿੰਡ ਜੀ ਪਲੀਜ਼ ਵੇਟ ਕਰਿਓ। ਐਕਚੁਅਲੀ ਮੈਨੂੰ ਤੁਹਾਡੀ ਆਵਾਜ਼ ਜਿਹੜੀ ਉਹ ਨਹੀਂ ਸੁਣ ਰਹੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਕਿੰਡ, ਤੁਹਾਡੇ ਕੋਲ ਆਵਾਜ਼ ਆ ਰਹੀ? ਮੈਨੂੰ ਆਵਾਜ਼ ਫੁੱਲ ਕਰ ਦਿਓ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ ਜੀ। ਯਾਨੀ ਜੀ ਇਹ
ਜਿਹੜੀ ਸੰਪੂਰਨਤਾ ਦੀ ਤੁਸੀਂ ਡੇਟ ਸੀ ਇਹਦੀ ਬਦੀ ਤਿਥੀ ਸੁਦੀ ਕੀ ਹੈ? ਤੁਸੀਂ ਆਪਣਾ ਜਿਵੇਂ ਸਵਾਲ ਪ੍ਰਕਾਸ਼ ਦੀ ਮਾਘ ਪਹਿਲੀ ਸੀ, ਸਹੀ ਨਹੀਂ ਦੱਸਿਆ, ਬੋਲਿਆ ਗਿਆ ਮੇਰੇ ਕੋਲੋਂ। ਨਹੀਂ ਐਕਚੁਅਲੀ ਨਾ ਥੋੜੀ ਜਿਹੀ ਨੈਟਵਰਕ ਵਿੱਚ ਸਾਡੇ ਪ੍ਰੋਬਲਮ ਹੈ ਤੇ ਤੁਹਾਡਾ ਨਾ ਜਿਹੜਾ ਹਾਂਜੀ ਹਾਂਜੀ ਤੁਸੀਂ ਸੁਣ ਰਹੇ ਰਿਪੀਟ ਆ ਰਿਹਾ ਕਾਫੀ ਜ਼ਿਆਦਾ, ਤੇ ਉਹਦੇ ਕਰਕੇ ਨਾ ਸਮਝ ਜਿਹੜੀ ਉਹ ਕੁਐਸਚਨ ਦੀ ਨਹੀਂ ਆ ਰਹੀ। ਐਕਚੁਅਲੀ ਸਾਡਾ ਲੈਪਟਾਪ ਵੀ ਖਰਾਬ ਸੀ, ਹੁਣੇ ਠੀਕ ਹੋ ਕੇ ਉਹ ਸਿੰਘ ਦੇ ਕੇ ਗਿਆ ਠੀਕ ਕਰਕੇ। ਤੇ ਤੁਸੀਂ ਪਲੀਜ਼ ਰਿਪੀਟ ਕਰੋ, ਮੈਂ ਦੇਖਦਾ ਜੇ ਮੈਨੂੰ ਆਵਾਜ਼ ਸੁਣ ਗਈ ਤੇ ਪਲੀਜ਼। ਦੇਖੋ ਇਹਦੀ ਦੇਸੀ ਮਹੀਨੇ ਦੀ ਤਾਰੀਖ ਹੈ ਸੁਦੀ ਬਦੀ। ਹੈਲੋ, ਨਹੀਂ ਐਕਚੁਅਲੀ ਸੁਦੀ ਜਾਂ ਬਦੀ ਤਾਰੀਖ ਕੀ ਹੈ ਜੀ ਆਵਾਜ਼ ਦੇਸੀ? ਜਿਹੜੀ ਆ ਉਹ ਸਾਫ਼ ਨਹੀਂ ਆ ਰਹੀ ਤੁਹਾਡੀ। ਤੇ ਕੋਈ ਨਹੀਂ, ਆਪਾਂ ਕੱਲ ਨੂੰ ਇਹ ਜਿਹੜੀ ਡਿਸਕਸ਼ਨ ਜਿਹੜੀ ਹੈ ਮੈਂ ਨੈਟਵਰਕ ਦੀ ਪ੍ਰੋਬਲਮ ਹੈ ਸਾਡੇ ਇੱਥੇ, ਬਾਰਿਸ਼ ਬਹੁਤ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੱਲ ਫਤਿਹ। ਨੂੰ ਨਾ ਕੁਝ ਟਾਈਮ ਸੰਥਿਆ ਕਰਨ ਤੋਂ ਬਾਅਦ ਫਿਰ ਇਹਦੇ ਬਾਰੇ ਥੋੜੀ ਜਿਹੀ ਹੋਰ ਨੌਲੇਜ ਆਪਾਂ ਲੈ ਲਵਾਂਗੇ, ਤੇ ਨਾਲ ਹੀ ਫਿਰ ਜੋ ਹੈ ਉਹ ਕੱਲ ਨੂੰ ਕੁਐਸਚਨ ਆਨਸਰ ਜਿਹੜੇ ਆਪਾਂ ਉਹ ਵੀ ਕਰ ਲਵਾਂਗੇ। ਮਾਫੀ ਚਾਹੁੰਦਾ, ਥੋੜੀ ਜਿਹੀ ਅੱਜ ਪ੍ਰੋਬਲਮ ਆ ਰਹੀ ਹੈ ਸਾਨੂੰ, ਤੇ ਸੋ ਪਲੀਜ਼ ਇਹਦੇ ਲਈ ਸੌਰੀ। ਤੇ ਬਾਕੀ ਜੋ ਵਿਚਾਰ ਹੈ ਫਿਰ ਉਹ ਆਪਾਂ ਕੱਲ ਨੂੰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।